ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ। ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ, ਗਰੀਬ ਨਵਾਜ, ਦੀਨ ਦੁਨੀਆ ਦੇ ਮਾਲਕ, ਚਬਰ ਛਤਰ ਤਖਤ ਦੇ ਮਾਲਕ, ਸਮਰੱਥ ਗੁਰੂ, ਪ੍ਰਤੱਖ ਗੁਰੂ, ਦੀਨ ਦਿਆਲ ਕਿਰਪਾਲ, ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ, ਵਾਹਿਗੁਰੂ ਅਕਾਲ ਪੁਰਖ ਸਵਰੂਪ ਸੱਚੇ ਪਾਤਸ਼ਾਹ, ਦਾਸਾਂ ਗਰੀਬਾਂ ਦੀ ਸਦਾ ਇੱਜ਼ਤ ਰੱਖਣ ਵਾਲੇ, ਪੱਤ ਰੱਖਣ ਵਾਲੇ, ਦਇਆ ਕਰਨ ਵਾਲੇ, ਧੰਨ ਧੰਨ ਸਤਿਗੁਰੂ ਗਰੀਬ ਨਵਾਜ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਦੀ ਮਹਾਨ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏਮਾਨ ਸਤਿਗੁਰੂ ਜੀ ਦੀ ਪਿਆਰੀ ਸਾਜੀ ਨਵਾਜੀ ਸੰਗਤ ਜੀ, ਆਪ ਜੀ ਸਿੱਖ ਸੰਗਤਾਂ ਬੜੇ ਹੀ ਪਿਆਰ ਦੇ ਨਾਲ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿੱਚ ਸੱਜ ਕੇ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਦੇ ਪਾਸੋਂ ਭਾਈ ਜਸਬੀਰ ਸਿੰਘ ਜੀ ਦੇ ਜੱਥੇ ਪਾਸੋਂ ਆਪ ਜੀ ਨੇ ਸਰਵਣ ਕੀਤਾ ਹੈ। ਕੁਝ ਸਮਾਂ ਆਪਾਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਇਤਿਹਾਸ ਸਰਵਣ ਕਰਨਾ ਹੈ। ਆਓ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ, ਸ਼ਹੀਦਾਂ ਦੇ ਸਰਤਾਜ, ਨਿਮਰਤਾ ਦੇ ਪੁੰਜ, ਆਪ ਪ੍ਰਤੱਖ ਹਰੀ ਸਰੂਪ, ਹਰ ਪ੍ਰਤੱਖ ਪਰਮੇਸ਼ਰ, ਧੰਨ ਗੁਰੂ ਅਰਜਨ ਦੇਵ ਮਹਾਰਾਜ ਸੁਦਾਸਰ ਦੀ ਧਰਤੀ ਤੇ ਸੁਭਾਏਮਾਨ ਹਨ। ਸੰਤੋਖਸਰ ਸਾਹਿਬ ਜੀ ਦਾ ਮਹਾਨ ਪਵਿੱਤਰ ਸਰੋਵਰ, ਉਸ ਦੀ ਖੁਦਵਾਈ ਮਹਾਰਾਜ ਗਰੀਬ ਨਵਾਜ ਜੀ ਕਰਵਾ ਰਹੇ ਹਨ। ਉਹਦੇ ਵਿੱਚੋਂ ਜੋਗੀ ਬਾਹਰ ਨਿਕਲਿਆ ਜੀ। ਜੋਗੀ ਨੇ ਮਹਾਰਾਜ ਗਰੀਬ ਨਵਾਜ ਜੀ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਦੀ ਬੜੀ ਉਸਤਤ ਕੀਤੀ, ਬੜੀ ਸਿਫਤ ਕੀਤੀ ਹੈ। ਜੋਗੀ ਨੇ ਕੁਝ ਸਵਾਲ ਮਹਾਰਾਜ ਜੀ ਨੂੰ ਕੀਤੇ ਹੈ। ਗੁਰੂ ਸਾਹਿਬ ਜੀ ਨੇ ਉਹਦੇ ਸਾਰੇ ਸਵਾਲਾਂ ਦਾ ਜਵਾਬ ਗੁਰਬਾਣੀ ਦੇ ਇੱਕ ਸ਼ਬਦ ਵਿੱਚ ਉਚਾਰ ਕੇ ਦੱਸਿਆ ਜੀ। ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥੰਮਿਓ ਪਾਸਾਰਾ, ਤਬ ਏਕੋ ਏਕ ਓੰਕਾਰਾ। ਇਹਦੇ ਵਿੱਚ ਮਹਾਰਾਜ ਨੇ ਉਹਨੂੰ ਕਈ ਪ੍ਰਮਾਣ ਦਿੱਤੇ। ਬਾਜੀਗਰ ਦੀ ਖੇਡ ਦਾ ਪ੍ਰਮਾਣ ਦਿੱਤਾ। ਇਹ ਵੀ ਪ੍ਰਮਾਣ ਦਿੱਤਾ, ਜਲ ਤੇ ਉਠੇ ਅਨਕ ਤਰੰਗਾ, ਕਨਕ ਭੂਖਨ ਕੀਨੇ ਬਹੁਰੰਗਾ। ਜਿਵੇਂ ਪਾਣੀ ਤੋਂ ਤਰੰਗਾਂ ਲਹਿਰਾਂ ਬਾਹਰ ਨਿਕਲਦੀਆਂ ਨੇ, ਫਿਰ ਪਾਣੀ ਦਾ ਰੂਪ ਹੋ ਜਾਂਦੀਆਂ ਨੇ। ਲਹਿਰਾਂ ਤੇ ਪਾਣੀ ਵੱਖ ਵੱਖ ਨਹੀਂ ਹਨ। ਸੋਨੇ ਦੇ ਗਹਿਣੇ ਤੇ ਸੋਨਾ ਵੱਖ ਵੱਖ ਨਹੀਂ ਹਨ, ਕੇਵਲ ਆਕਾਰ ਦਾ ਫਰਕ ਹੈ। ਆਕਾਰ ਖਤਮ ਹੋ ਗਿਆ, ਫਿਰ ਉਹ ਚੀਜ਼ ਹੀ ਰਹਿ ਜਾਣੀ ਹੈ। ਇਹ ਤੁਸੀਂ ਸਾਰਾ ਪ੍ਰਸੰਗ ਸਰਵਣ ਕੀਤਾ। ਫਿਰ ਮਹਾਰਾਜ ਨੇ ਬੀਜ ਦੀ ਉਦਾਹਰਣ ਦਿੱਤੀ ਜੀ। ਉਹਨੂੰ ਅਰਥ ਵੀ ਕਰਕੇ ਦੱਸੇ ਤੇ ਗੁਰਬਾਣੀ ਦੇ ਸ਼ਬਦ ਵਿੱਚ ਵੀ ਉਚਾਰਿਆ। ਬੀਜ ਬੀਜ ਦੇਖਿਓ ਬਹੁ ਪ੍ਰਕਾਰਾ। ਛੋਟੇ ਜਿਹੇ ਬੀਜ ਤੋਂ ਪਹਿਲਾਂ ਉਹ ਪੁੰਗਰਦਾ, ਫਿਰ ਉਹਦਾ ਬੂਟਾ ਬਣਦਾ, ਫਿਰ ਉਹਦਾ ਰੁੱਖ ਬਣਦਾ, ਫੁੱਲ ਬਣਦੇ, ਫਲ ਬਣਦੇ, ਫਲ ਤੋਂ ਬਾਅਦ ਫਿਰ ਉਹ ਬੀਜ ਬਣ ਜਾਂਦਾ ਜੀ। ਬੀਜ ਤੋਂ ਬੀਜ ਤੱਕ ਜਾਣ ਵਾਸਤੇ ਰਸਤੇ ਵਿੱਚ ਬੜਾ ਕੁਝ ਪਸਾਰਾ ਉਹਨੂੰ ਕਰਨਾ ਪੈਂਦਾ ਹੈ। ਬਸ ਇਸੇ ਤਰ੍ਹਾਂ ਪਰਮੇਸ਼ਰ ਤੋਂ ਜਗਤ ਸ਼ੁਰੂ ਹੋਇਆ, ਜਗਤ ਰਸਤੇ ਦਾ ਪਸਾਰਾ, ਮੁੜ ਪਰਮੇਸ਼ਰ ਹੀ ਹੋ ਜਾਣਾ ਜੀ, ਬ੍ਰਹਮ ਹੋ ਜਾਣਾ ਜੀ ਸਾਰਾ ਕੁਝ। ਕੱਲ੍ਹ ਤੁਸੀਂ ਸਾਰੀ ਕਥਾ ਜਿਹੜੀ ਹੈ ਉਹ ਸਰਵਣ ਕੀਤੀ ਹੈ। ਮਹਾਰਾਜ ਕਹਿਣ ਲੱਗੇ, ਭਰਮ ਲੋਭ ਮੋਹ ਮਾਇਆ ਵਿਕਾਰ, ਭਰਮ ਛੂਟੇ ਤੇ ਏਕ ਓੰਕਾਰ। ਭਰਮ ਦੇ ਵਿੱਚ ਬੰਦਾ ਪਿਆ ਹੋਇਆ ਹੈ, ਮਾਇਆ ਕਰਕੇ,
ਜਦੋਂ ਸਭ ਕੁਝ ਛੁੱਟ ਗਿਆ ਫਿਰ ਰੱਬ ਹੀ ਦਿਖਾਈ ਦੇਣਾ ਸਾਰੇ ਪਾਸੇ ਜੀ। ਪਰ ਮਹਾਰਾਜ ਨੇ ਇਹ ਵੀ ਅੱਗੇ ਜਾ ਕੇ ਪੰਕਤੀ ਉਚਾਰਨ ਕੀਤੀ, ਜਦੋਂ ਬੰਦੇ ਨੂੰ ਪੂਰਾ ਗੁਰੂ ਮਿਲ ਜਾਂਦਾ ਨਾ ਜੀ ਜ਼ਿੰਦਗੀ ਵਿੱਚ, ਪੂਰੇ ਗੁਰੂ ਦਾ ਲਾਭ ਇਹ ਹੈ, ਉਹ ਹਉਮੈ ਦੀ ਮੈਲ ਬੰਦੇ ਦੇ ਅੰਦਰੋਂ ਕੱਢ ਦਿੰਦੇ ਹਨ ਜੀ। ਗੁਰ ਪੂਰਾ ਹਉਮੈ ਮਲ ਧੋਈ, ਕਹੋ ਨਾਨਕ ਮੇਰੀ ਪਰਮ ਗਤ ਹੋਈ। ਸੋ ਮਹਾਰਾਜ ਨੇ ਉਹਦੇ ਕਈ ਸਵਾਲਾਂ ਦਾ ਜਵਾਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇੱਕ ਸ਼ਬਦ ਦੇ ਵਿੱਚ ਸਾਧ ਸੰਗਤ ਜੀ ਸਾਰਾ ਦੇ ਦਿੱਤਾ ਜੀ। ਕੱਲ ਉਸ ਸਾਰੇ ਪ੍ਰਸੰਗ ਦੀ ਆਪ ਜੀ ਨੇ ਕਥਾ ਜਿਹੜੀ ਹੈ ਉਹ ਸਰਵਣ ਕੀਤੀ ਹੈ। ਹਜੂਰ ਮਹਾਰਾਜ ਗਰੀਬ ਨਵਾਜ ਕਿਰਪਾ ਕਰਨ। ਮਹਾਰਾਜ ਨੇ ਬੜੇ ਪ੍ਰਮਾਣ ਦਿੱਤੇ, ਭਰਮ ਦਾ ਵੀ ਦਿੱਤਾ, ਕਿਵੇਂ ਭਰਮ ਹੋਵੇ ਤੇ ਰੱਸੀ ਵੀ ਸੱਪ ਹੀ ਜਾਪਦੀ ਹੈ। ਹਾਂਜੀ, ਤੇ ਮਹਾਰਾਜ ਬਾਣੀ ਵਿੱਚ ਕਹਿੰਦੇ ਆ, ਸੱਚੇ ਪਾਤਸ਼ਾਹ ਕਹਿੰਦੇ ਆ, ਸੋ ਸਤਿਗੁਰ ਧੰਨ ਧੰਨ ਹੈ, ਐਸੇ ਗੁਰੂ ਸਾਹਿਬ ਧੰਨ ਹਨ, ਧੰਨ ਹਨ, ਜਿਨ੍ਹਾਂ ਨੇ ਬੰਦੇ ਦੇ ਅੰਦਰੋਂ ਭਰਮ ਦਾ ਗਾੜੀ ਤੋੜ ਕੇ ਰੱਖ ਦਿੱਤਾ ਜੀ। ਗੱਜ ਕੇ ਆਖੋ ਵਾਹਿਗੁਰੂ। ਅੰਦਰ ਬੰਦੇ ਦੇ, ਮਨੁੱਖ ਦੇ ਭਰਮਾਂ ਦਾ, ਭੁਲੇਖਿਆਂ ਦਾ ਕਿਲਾ ਬਣਿਆ ਹੋਇਆ ਜੀ, ਕਿਲਾ ਬਣਿਆ ਹੋਇਆ ਜੀ। ਗੁਰੂ ਸਾਹਿਬ ਧੰਨ ਹਨ, ਐਸੇ ਕਿਲੇ ਨੂੰ ਤੋੜ ਦਿੰਦੇ ਨੇ ਜੀ। ਸੋ ਸਤਿਗੁਰ ਧੰਨ ਧੰਨ, ਜਿਨ ਭਰਮ ਗਰ ਤੋੜਿਆ। ਸੋ ਹੁਣ ਇਹਦੇ ਤੋਂ ਅੱਗੇ ਮਹਾਰਾਜ ਨੇ ਉਹਨੂੰ ਉਹਦੇ ਸਾਰੇ ਸਵਾਲਾਂ ਦਾ ਜਵਾਬ ਦਿੱਤਾ। ਹੁਣ ਅੱਗੋਂ ਕੀ ਕਿਰਪਾ ਕਰਦੇ ਆ, ਇਹ ਆਪਾਂ ਨੇ ਕਥਾ ਦੇ ਵਿੱਚ ਸਰਵਣ ਕਰਨਾ ਹੈ। ਕੋਈ ਰਸਨਾ ਵਾਂਝੀ ਨਾ ਰਹੇ, ਪਿਆਰ ਦੇ ਨਾਲ ਗੱਜ ਕੇ ਕਹਿ ਦਿਓ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ। ਇਮ ਕਹੈ ਕਿਰਪਾ ਦ੍ਰਿਸ਼ਟ ਗੁਰ ਹੇਰੀ। ਗੁਰੂ ਸਾਹਿਬ ਪਿਤਾ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋਗੀ ਦੇ ਸਾਰੇ ਭਰਮ ਭੁਲੇਖੇ ਕੱਢ ਦਿੱਤੇ ਜੀ, ਬਚਨ ਕਰ ਕਰਕੇ। ਪਰ ਫਿਰ ਅਖੀਰ ਦੇ ਉੱਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾਤਾ ਸਤਿਗੁਰੂ ਜੀ ਨੇ ਜੋਗੀ ਦੇ ਉੱਤੇ ਮਿਹਰ ਦੀ ਦ੍ਰਿਸ਼ਟੀ ਪਾਈ ਜੀ। ਚੇਤਾ ਰੱਖਿਓ, ਗਿਆਨ ਧਿਆਨ ਹੋਣਾ ਵੱਖਰੀ ਗੱਲ ਹੈ, ਪਰ ਪਿਆਰਿਓ ਸਤਿਗੁਰਾਂ ਦੀ ਮਿਹਰ ਹੋਣਾ ਇਹ ਵੱਖਰੀ ਗੱਲ ਹੈ। ਸਭ ਤੋਂ ਵੱਡੀ ਗੁਰੂ ਜੀ ਦੀ ਮਿਹਰ ਹੈ, ਗੁਰੂ ਜੀ ਦੀ ਮਿਹਰ ਦੀ ਦ੍ਰਿਸ਼ਟੀ ਹੈ। ਇਹ ਬਚਨ ਕਰਕੇ ਸਤਿਗੁਰੂ ਜੀ ਨੇ ਜੋਗੀ ਦੇ ਉੱਤੇ ਮਿਹਰ ਦੀ ਦ੍ਰਿਸ਼ਟੀ ਪਾਈ ਹੈ। ਕਰੀ ਬਿਨਾਸ਼ ਮੋਹ ਕੀ ਬੇਰੀ। ਤੇ ਪਿਆਰ ਵਾਲਿਓ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਬਸ ਉਸੇ ਵੇਲੇ ਮਿਹਰ ਦੀ ਦ੍ਰਿਸ਼ਟੀ ਪੈਂਦਿਆਂ ਸਾਰ ਜੋਗੀ ਦਾ ਮੋਹ ਜਿਹੜਾ ਸੀ ਉਹ ਨਾਸ਼ ਹੋ ਗਿਆ ਜੀ। ਮੋਹ ਹੈ ਨਾ ਚੀਜ਼ਾਂ ਦੇ ਨਾਲ, ਪਦਾਰਥਾਂ ਦੇ ਨਾਲ, ਤਾਈਓ ਜੱਗ ਚੰਗਾ ਲੱਗਦਾ। ਵੇਖ ਲੋ, ਸਾਧਨਾ ਬਹੁਤ ਸੀ ਜੋਗੀ ਦੀ, ਪਰ ਅਜੇ ਉਹਦਾ ਮੋਹ ਨਹੀਂ ਸੀ ਨਾਸ਼ ਹੋਇਆ ਜੀ। ਸਤਿਗੁਰੂ ਜੀ ਨੇ ਕਿਰਪਾ ਕੀਤੀ, ਮਿਹਰ ਦੀ ਦ੍ਰਿਸ਼ਟੀ ਪਾਈ, ਮੋਹ ਦੀ ਬੇੜੀ ਕੱਟ ਕੇ ਰੱਖ ਦਿੱਤੀ ਜੀ ਉਹਦੀ ਜੀ। ਸੁਧ ਗਿਆਨ ਜੋਗੀ ਔਰ ਜਾਗਾ। ਬਸ ਫਿਰ ਜਿਹੜਾ ਅਨੁਭਵੀ ਗਿਆਨ ਸੀ ਨਾ, ਉਹ ਜੋਗੀ ਦੇ ਹਿਰਦੇ ਵਿੱਚ ਪ੍ਰਗਟ ਹੋ ਗਿਆ ਜੀ। ਪਹਿਲਾਂ ਸੀ ਕਿਤਾਬੀ ਗਿਆਨ, ਸੁਣਿਆ ਸੁਣਾਇਆ ਗਿਆਨ, ਉਹਦੇ ਬਾਅਦ ਜੋਗੀ ਦੇ ਅੰਦਰ ਅਨੁਭਵੀ ਗਿਆਨ ਪ੍ਰਗਟ ਹੋਇਆ ਜੀ। ਹਾਂਜੀ, ਜਨਮਾਦਿਕ ਮਦ ਪੀਵਤ ਤਿਆਗਾ। ਤੇ ਜਨਮ ਆਦ ਦਾ ਹੰਕਾਰ ਰੂਪੀ ਨਸ਼ਾ ਜਿਹੜਾ ਉਹਨੇ ਪੀਣਾ ਛੱਡ ਦਿੱਤਾ ਜੀ। ਭਾਵ ਹਉਮੈ
ਜਿਹੜੀ ਸੀ ਉਹਦੇ ਅੰਦਰੋਂ ਨਿਕਲ ਗਈ ਜੀ। ਇਹ ਕਦੋਂ ਹੋਇਆ ਜੀ? ਜਦੋਂ ਗੁਰੂ ਅਰਜਨ ਦੇਵ ਮਹਾਰਾਜ ਨੇ ਜੋਗੀ ਜੀ ਦੇ ਉੱਤੇ ਮਿਹਰ ਦੀ ਦ੍ਰਿਸ਼ਟੀ ਪਾ ਦਿੱਤੀ ਜੀ। ਇਸ ਕਰਕੇ ਦਾਸ ਅੱਗੇ ਵੀ ਆਪ ਜੀ ਦੇ ਚਰਨਾਂ ਵਿੱਚ ਬੜੀ ਵਾਰੀ ਬੇਨਤੀ ਕਰਦਾ ਹੈ, ਪਿਆਰਿਓ ਸਭ ਤੋਂ ਵੱਡੀ ਸਤਿਗੁਰੂ ਜੀ ਦੀ ਮਿਹਰ ਦੀ ਦ੍ਰਿਸ਼ਟੀ ਹੈ। ਜਿਸ ਉੱਤੇ ਕਿਰਪਾ ਹੋ ਜਾਵੇ, ਪਿੰਗਲ ਪਰਬਤ ਪਾਰ ਪਰੇ, ਖਲ ਚਤਰ ਬਕੀਤਾ। ਪਿੰਗਲਾ ਹੋਵੇ, ਪਿੰਗਲਾ ਗੁਰੂ ਸਾਹਿਬ ਮਿਹਰ ਦੀ ਦ੍ਰਿਸ਼ਟੀ ਕਰਦਿਆਂ ਨੂੰ ਵੀ ਪਹਾੜ ਉੱਤੇ ਚੜ ਜਾਂਦਾ ਜੀ। ਮਿਹਰ ਦੀ ਦ੍ਰਿਸ਼ਟੀ ਦੀ ਬੜੀ ਵੱਡੀ ਖੇਡ ਹੈ। ਮਹਾਰਾਜ ਨੇ ਮਿਹਰ ਕਰ ਦਿੱਤੀ, ਸ਼ੁੱਧ ਉਹਦਾ ਹਿਰਦਾ ਹੋ ਗਿਆ, ਤੇ ਨਾਲ ਦੀ ਨਾਲ ਜਨਮ ਮਰਨ ਆਦਿਕ ਦਾ ਹੰਕਾਰ ਵੀ ਟੁੱਟ ਗਿਆ ਜੀ ਉਹਦਾ ਜੀ। ਹਾਂਜੀ, ਗੁਰੂ ਬਾਕ ਤੇ ਲਖਿਓ ਪ੍ਰਤਾਪਾ। ਗੁਰੂ ਸਾਹਿਬ ਜੀ ਦੇ ਬਚਨਾਂ ਨੂੰ ਸੁਣ ਸੁਣ ਕੇ ਪਿਆਰਿਓ ਗੁਰੂ ਸਾਹਿਬ ਮਹਾਰਾਜ ਗਰੀਬ ਨਵਾਜ ਜੀ ਦੀ ਮਿਹਰ ਦੀ ਦ੍ਰਿਸ਼ਟੀ ਪੈ ਗਈ। ਜਦੋਂ ਪ੍ਰਤਾਪ ਤੇ ਉਹ ਪਹਿਲਾਂ ਵੀ ਜਾਣਦਾ ਸੀ, ਪਰ ਉਹਦੇ ਤੋਂ ਬਾਅਦ ਤੇ ਉਹ ਗੁਰੂ ਅਰਜਨ ਸਾਹਿਬ ਜੀ ਦਾ ਬੜਾ ਵੱਡਾ ਪ੍ਰਤਾਪ ਜਾਣਨ ਲੱਗ ਪਿਆ ਜੀ। ਇੰਨਾ ਵੱਡਾ ਪ੍ਰਤਾਪ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ, ਇੰਨੀ ਵੱਡੀ ਗੱਲ ਨੇ ਗੁਰੂ ਅਰਜਨ ਦੇਵ ਮਹਾਰਾਜ। ਹਾਂਜੀ, ਜਿਸ ਕੇ ਸੁਨਤ ਮੋਹ ਸਭ ਖਾਪਾ। ਬਸ ਮਹਾਰਾਜ ਜੀ ਦੇ ਬਚਨ ਸੁਣਦਿਆਂ ਹੀ ਮੋਹ ਜਿਹੜਾ ਉਹਦੇ ਅੰਦਰੋਂ ਖੱਪ ਗਿਆ ਜੀ। ਸਭ ਕੁਝ ਭੱਜ ਗਿਆ, ਭਾਵ ਖਤਮ ਹੋ ਗਿਆ। ਨਮਰ ਭਇਓ ਚਰਨਨ ਸਿਰ ਧਰਿਓ। ਤੇ ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਤੇ ਜੋਗੀ ਜੀ ਨਿਮਰਤਾ ਦੇ ਵਿੱਚ ਆ ਗਏ। ਨਿਮਰਤਾ ਦੇ ਵਿੱਚ ਆ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਜੀ ਉਹਨਾਂ ਨੇ ਜੀ। ਮਹਾਰਾਜ ਦੇ ਚਰਨਾਂ ਤੇ ਸਿਰ ਰੱਖਿਆ। ਕਿਉਂ? ਸੋਝੀ ਹੈ ਇਹ ਕੌਣ ਨੇ? ਭੱਟ ਜੀ ਕਹਿੰਦੇ ਆ ਨਾ, ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੋਰੇ ਅਰਜਨ ਪਰਤਖ ਹਰ। ਜੋਗੀ ਨੇ ਮਹਾਰਾਜ ਦੇ ਚਰਨਾਂ 'ਚ ਸਿਰ ਰੱਖ ਦਿੱਤਾ। ਆਪਣੋ ਗਿਆਨ ਨਿਵੇਦਨ ਕਰਿਓ। ਤੇ ਜਿਹੜਾ ਉਹਦਾ ਆਪਣਾ ਗਿਆਨ ਸੀਗਾ ਸਾਧ ਸੰਗਤ ਜੀ, ਉਹ ਸਾਰਾ ਨਾਸ ਹੋ ਕੇ ਗੁਰੂ ਦਾ ਗਿਆਨ ਪ੍ਰਗਟ ਹੋ ਗਿਆ ਜੀ ਅੰਦਰ ਜੀ। ਗੁਰੂ ਸਾਹਿਬ ਜੀ ਦੇ ਅੱਗੇ ਗਿਆਨ ਸਹਿਤ ਤੇ ਨਿਮਰਤਾ ਸਹਿਤ ਜੋਗੀ ਨੇ ਫਿਰ ਬੇਨਤੀ ਕੀਤੀ ਜੀ। ਹਾਂਜੀ, ਅਬ ਮੋਕੋ ਨਿਸ਼ਚਾ ਦ੍ਰਿੜ ਭਇਓ। ਮਹਾਰਾਜ ਜਿਹੜੇ ਮੇਰੇ ਅੰਦਰ ਸ਼ੰਕੇ ਸਨ, ਜਿਹੜੇ ਮੇਰੇ ਅੰਦਰ ਮਹਾਰਾਜ ਭੁਲੇਖੇ ਸਨ, ਅੱਜ ਤੁਹਾਡੀ ਕਿਰਪਾ ਦੇ ਨਾਲ ਨਿਸ਼ਚਿਤ ਰੂਪ ਵਿੱਚ ਉਹ ਦੂਰ ਹੋ ਗਏ ਨੇ। ਹਾਂਜੀ, ਹੋ ਤੋ ਜਾਣਬੋ ਜਾਨ ਸੋ ਲਇਓ। ਜੋ ਜਾਣਨ ਯੋਗ ਸੀ ਉਹ ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਜਾਣ ਲਿਆ ਹੈ। ਤੁਹਾਡੀ ਕਿਰਪਾ ਦੇ ਨਾਲ ਮੈਨੂੰ ਪਤਾ ਲੱਗ ਗਿਆ ਹੈ। ਤੁਮ ਕਰੁਣਾ ਤੇ ਸੰਸੈ ਨਾਸ਼ੇ। ਵਾਹ ਵਾਹ ਵਾਹ। ਜੋਗੀ ਜੀ ਹੱਥ ਜੋੜ ਕੇ ਗੁਰੂ ਸਾਹਿਬ ਨੂੰ ਬੇਨਤੀ ਕਰਨ ਦੇ, ਨਾਲੇ ਚਰਨਾਂ ਤੇ ਸਿਰ ਰੱਖਿਆ ਹੋਇਆ, ਬੇਨਤੀਆਂ ਕਰਦੇ, ਮਹਾਰਾਜ ਤੁਹਾਡੀ ਕਿਰਪਾ ਨਾਲ ਮੇਰੇ ਸ਼ੰਕੇ ਦੂਰ ਹੋ ਗਏ ਨੇ। ਸ਼ੰਕੇ ਨਹੀਂ ਤੇ ਟਿਕਣ ਦਿੰਦੇ ਬੰਦੇ ਨੂੰ। ਗੱਜ ਕੇ ਆਖੋ ਵਾਹਿਗੁਰੂ। ਜਦੋਂ ਸ਼ੰਕਾ ਬਣ ਜੇ ਨਾ ਮਨ ਵਿੱਚ, ਪਾਠ ਕਰਦਿਆਂ ਵੀ ਧਿਆਨ ਉਧਰ ਹੀ ਜਾਂਦਾ ਜੇ। ਸ਼ੰਕੇ ਨਹੀਂ ਬੰਦੇ ਨੂੰ ਟਿਕਣ ਦਿੰਦੇ ਜੀ। ਜੋਗੀ ਜੀ ਕਹਿਣ ਲੱਗੇ, ਮਹਾਰਾਜ ਆਪ ਜੀ ਦੀ ਕਿਰਪਾ ਦੇ ਨਾਲ ਮੇਰੇ ਸਾਰੇ ਹੀ ਸ਼ੰਕੇ ਦੂਰ ਹੋ ਗਏ ਨੇ, ਇੱਕ ਵੀ ਸ਼ੰਕਾ ਨਹੀਂ ਰਿਹਾ ਹੁਣ। ਹਾਂਜੀ, ਪ੍ਰਾਪਤ ਚੇਤਨ ਆਨੰਦ ਰਾਸੇ। ਤੇ ਮਹਾਰਾਜ ਚੇਤਨ ਆਨੰਦ ਦੀ ਪੂੰਜੀ ਜਿਹੜੀ ਉਹ ਮੈਨੂੰ ਹੁਣ ਮਿਲ ਗਈ ਹੈ। ਆਨੰਦ ਬਣ ਗਿਆ ਮੇਰੇ ਮਨ ਅੰਦਰ ਜੀ। ਅਸਲ 'ਚੋਂ ਕਿਹਨੇ ਕੰਮ ਕੀਤਾ ਜੀ? ਉਹ ਦ੍ਰਿਸ਼ਟੀ ਨੇ ਕੰਮ ਕੀਤਾ ਜੀ। ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ ਮਿਹਰ ਦੀ ਦ੍ਰਿਸ਼ਟੀ ਨੇ ਕੰਮ ਕੀਤਾ ਸਾਰਾ ਜੀ। ਹਾਂਜੀ, ਅਬ ਸਰੀਰ ਮੈਂ ਤਿਆਗਨ ਕਰਹੁ। ਹੁਣ ਮਹਾਰਾਜ ਗਰੀਬ ਨਵਾਜ ਮੈਂ ਸਰੀਰ ਤਿਆਗਣ ਲੱਗਾ ਹਾਂ। ਹੁਣ ਮੈਂ ਆਪਣਾ ਸਰੀਰ ਛੱਡ ਦੇਣਾ। ਵੇਖ ਲਓ ਵਿਦਵਾਨ ਦੱਸਦੇ ਆ, ਕਈ ਦੁਆਪਰ ਦਾ ਗੱਲ ਕਰਦੇ ਆ, ਕਈ ਤ੍ਰੇਤੇ ਯੁੱਗ ਦੀ ਗੱਲ ਕਰਦੇ ਆ। ਕਦੋਂ ਦਾ ਜੋਗੀ ਬੈਠਾ ਸੀਗਾ, ਸਰੀਰ ਨਹੀਂ ਸੀ ਤਿਆਗਿਆ। ਮਹਾਰਾਜ
ਹੁਣ ਮੈਂ ਸਰੀਰ ਤਿਆਗ ਦੇਣਾ। ਹਾਂਜੀ, ਜੀਅਤ ਰਹੋ ਨਹਿ ਕਾਜ ਵਿਚਰਹੁ। ਸੱਚੇ ਪਾਤਸ਼ਾਹ ਕੋਈ ਕੰਮ ਤੇ ਹੁਣ ਰਹਿ ਹੀ ਨਹੀਂ ਗਿਆ ਜੀ। ਹਾਂਜੀ, ਤੇ ਇਸ ਕਰਕੇ ਕੋਈ ਕੰਮ ਮਹਾਰਾਜ ਹੁਣ ਰਹਿ ਨਹੀਂ ਗਿਆ। ਮੈਂ ਜਿੰਦਾ ਰਹਿ ਕੇ ਕੀ ਕਰਾਂਗਾ। ਹਾਂਜੀ, ਜੋ ਕਰਤੱਬ ਸੋ ਮੈਂ ਕਰ ਲੀਨਸ। ਜੋ ਮੈਨੂੰ ਚਾਹੀਦਾ ਸੀ, ਕਰਨਾ ਚਾਹੀਦਾ ਸੀ, ਉਹ ਮਹਾਰਾਜ ਤੁਹਾਡੀ ਕਿਰਪਾ ਨਾਲ ਮੈਂ ਕਰ ਲਿਆ ਹੈ। ਹਾਂਜੀ, ਤੁਮਨੇ ਪੂਰ ਕਾਮ ਨਾ ਕੀਨਸ। ਗੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। ਫਿਰ ਕਹੋ ਵਾਹਿਗੁਰੂ। ਜੋਗੀ ਜੀ ਮਹਾਰਾਜ ਨੂੰ ਕਹਿਣ ਲੱਗੇ, ਸੱਚੇ ਪਾਤਸ਼ਾਹ ਆਪ ਜੀ ਨੇ ਮੇਰੀਆਂ ਕਾਮਨਾਵਾਂ, ਮੇਰੇ ਮਨ ਦੀ ਮਨਸਾ ਜਿਹੜੀ ਉਹ ਪੂਰੀ ਕਰ ਦਿੱਤੀ ਹੈ। ਹਾਂਜੀ, ਸੁਨ ਸ਼੍ਰੀ ਗੁਰ ਨੇ ਬਹੁ ਸਨਮਾਨਾ। ਵੇਖੋ ਮਹਾਰਾਜ ਦੀ ਅੱਗੋਂ ਨਿਮਰਤਾ ਸੁਣਿਓ ਤੁਸੀਂ ਮਹਾਰਾਜ ਦੀ, ਸ੍ਰੀ ਗੁਰੂ ਅਰਜਨ ਸਾਹਿਬ ਜੀ ਦੀ। ਮਹਾਰਾਜ ਨਾ ਅੱਗੋਂ ਨਿਮਰਤਾ ਦੇ ਨਾਲ, ਸਨਮਾਨ ਦੇ ਨਾਲ ਜੋਗੀ ਜੀ ਨੂੰ ਕਹਿਣ ਲੱਗੇ ਜੀ, ਧੰਨ ਧੰਨ ਤੁਮ ਵੱਡ ਬੁੱਧਵਾਨਾ। ਵੇਖ ਲਓ ਮਹਾਰਾਜ ਦੀ ਕਿੰਨੀ ਨਿਮਰਤਾ ਜੀ। ਮਹਾਰਾਜ ਕਹਿੰਦੇ ਜੋਗੀ ਜੀ ਤੁਸੀਂ ਧੰਨ ਹੋ, ਤੁਸੀਂ ਧੰਨ ਹੋ, ਬੜੇ ਬੁੱਧੀਵਾਨ ਹੋ। ਮਹਾਰਾਜ ਕਹਿੰਦੇ ਬੜੇ ਸਿਆਣੇ ਹੋ। ਕਹਿਣ ਲੱਗੇ ਦਰਸ਼ਨ ਦੇਹੋ ਰਹੋ ਹਿਤ ਕਰੀਏ। ਵੇਖੋ ਆਪ ਗੁਰੂ ਸਾਹਿਬ ਤੇ ਦੂਜਿਆਂ ਨੂੰ ਮਾਣ ਦਿੰਦੇ। ਮਹਾਰਾਜ ਕਹਿੰਦੇ ਇੱਥੇ ਰਹੋ ਸਾਡੇ ਕੋਲ, ਇੰਨੀ ਛੇਤੀ ਸਰੀਰ ਤਿਆਗ ਦੇਣਾ, ਇੱਥੇ ਕੁਝ ਸਮਾਂ ਰਹੋ ਸਾਡੇ ਕੋਲ ਦਰਸ਼ਨ ਦੇਣ ਕਰਕੇ। ਨਾਨਾ ਜਗ ਮੈਂ ਏਕ ਨਿਹਰੀਏ। ਇਸ ਨਾਨਾ ਪ੍ਰਕਾਰ ਦੇ ਜਗਤ ਵਿੱਚ ਇੱਕ ਵਾਹਿਗੁਰੂ ਦੇ ਦਰਸ਼ਨ ਕਰੋ। ਹੁਣ ਕਹਿਣ ਲੱਗੇ ਹੁਣ ਰਵੋ ਕੁਝ ਸਮਾਂ। ਲੋਕਨ ਪਰ ਉਪਕਾਰ ਤੁਮਾਰਾ। ਮਹਾਰਾਜ ਕਹਿਣ ਲੱਗੇ ਰਹੋ ਤੇ ਲੋਕਾਂ ਦੇ ਉੱਤੇ ਵੱਡਾ ਪਰਉਪਕਾਰ ਕਰੋ। ਹਾਂਜੀ, ਦੇਖਤ ਪਾਪਨ ਹਰਹਿ ਬੇਕਾਰਾ। ਮਹਾਰਾਜ ਕਹਿੰਦੇ ਜੋਗੀ ਜੀ ਜਦੋਂ ਲੋਕ ਤੁਹਾਡੇ ਦਰਸ਼ਨ ਕਰਿਆ ਕਰਨਗੇ ਨਾ, ਉਹਨਾਂ ਦੇ ਵਿਕਾਰ ਦੂਰ ਹੋਇਆ ਕਰਨਗੇ। ਕਈ ਨਾ ਇਹ ਗੱਲ ਕਹਿ ਦਿੰਦੇ ਆ ਵੀ ਜੋਗੀ ਜੀ ਨੇ ਇਹ ਗੱਲ ਕਹੀ ਸੀ ਵੀ ਵਿਕਾਰ ਤੇ ਸਮਾਧੀ ਵਿੱਚ ਵੀ ਗੇੜਾ ਲਾ ਦਿੰਦੇ ਆ, ਤੇ ਫਿਰ ਉਹ ਸਮਾਧੀ ਨਹੀਂ ਹੁੰਦੀ ਜਿੱਥੇ ਵਿਕਾਰ ਗੇੜੇ ਲਾਉਂਦੇ ਰਹਿਣ ਜੀ। ਇਹ ਗੱਲ ਨਹੀਂ ਹੋਈ। ਮਹਾਰਾਜ ਕਹਿ ਰਹੇ ਆ, ਮਹਾਰਾਜ ਕਹਿੰਦੇ ਸਗੋਂ ਜੀਵ ਤੁਹਾਨੂੰ ਵੇਖਣਗੇ ਉਹਨਾਂ ਦਾ ਭਲਾ ਹੋਏਗਾ। ਪਰ ਹੈ ਸੁਮਗ ਪ੍ਰਾਪਤ ਕਲਿਆਣਾ। ਤੁਹਾਨੂੰ ਵੇਖਣਗੇ, ਤੁਹਾਡੇ ਦਰਸ਼ਨ ਕਰਨਗੇ, ਉਹਨਾਂ ਦਾ ਕਲਿਆਣ ਹੋਏਗਾ, ਆਮ ਪੁਰਸ਼ਾਂ ਦਾ। ਹਾਂਜੀ, ਜੀਵ ਮਲੀਨ ਪੂਤ ਹੋਏ ਨਾਨਾ। ਗੱਜ ਕੇ ਆਖੋ ਵਾਹਿਗੁਰੂ। ਮਲੀਨ ਜਿਹੜੇ ਜੀਵ ਹਨ ਉਹ ਤੁਹਾਡੇ ਦਰਸ਼ਨ ਕਰਕੇ ਪਵਿੱਤਰ ਹੋ ਜਾਣਗੇ ਜੀ। ਸੰਗਤ ਜੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ, ਜਿਹੜਾ ਵਾਹਿਗੁਰੂ ਜੀ ਦਾ ਨਾਮ ਜਪਦਾ ਹੈ ਉਹਦੇ ਦਰਸ਼ਨ ਕੀਤਿਆਂ ਮਨ ਨੂੰ ਠੰਡ ਪੈਂਦੀ ਹੈ। ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਉਹਦੇ ਕੋਲ ਬੈਠਿਆਂ ਉਹਦੇ ਬਚਨ ਸੁਣਿਆ ਮਨ ਨੂੰ ਠੰਡ ਪੈਂਦੀ ਹੈ। ਹਾਂਜੀ, ਸੁਨ ਸਤਿਗੁਰ ਤੇ ਮ੍ਰਿਦੁਲ ਸੁਹਾਏ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜੋਗੀ ਜੀ ਦੇ ਨਾਲ ਐਸੇ ਮਿੱਠੇ ਬਚਨ ਬੋਲੇ, ਇਸ ਤਰ੍ਹਾਂ ਦੇ ਪ੍ਰੇਮ ਵਾਲੇ ਬਚਨ ਕੀਤੇ, ਪੁਨ ਜੋਗੀ ਨੇ ਬਾਕ ਸੁਣਾਏ। ਤੇ ਫਿਰ ਜੋਗੀ ਜੀ ਅੱਗੋਂ ਮਹਾਰਾਜ ਨੂੰ ਕਹਿਣ ਲੱਗੇ ਜੀ, ਹਾਂਜੀ, ਨਰਨ ਉਧਾਰਨ ਤੁਮਰੇ ਹੱਥ। ਸੱਚੇ ਪਾਤਸ਼ਾਹ ਹੀ ਤੇ ਗਰੀਬ ਆਦਮੀ ਹੈਗੇ ਆ ਮਹਾਰਾਜ। ਇਸ ਜਗਤ ਦੇ ਵਿੱਚ ਜਗਤ ਦੇ ਜੀਵਾਂ ਨੂੰ ਤਾਰਨਾ ਇਹ ਤੇ ਮਹਾਰਾਜ ਤੁਹਾਡੇ ਹੱਥ ਹੈ। ਮਹਾਰਾਜ ਬੜੇ ਵੱਡੇ ਨੇ। ਗੁਰੂ ਅਰਜਨ ਸਾਹਿਬ ਜੀ ਦਾ ਨਾਮ ਲਓ ਨਾ ਦਰਗਾਹ ਵਿੱਚ, ਤੇ ਸੰਗਤ ਜੀ ਉੱਥੇ ਵੀ ਬੰਦੇ ਦਾ ਭਲਾ ਹੋ ਜਾਂਦਾ। ਮਹਾਰਾਜ ਦੇ ਸਿੱਖ ਹੋਏ ਆ ਭਾਈ ਜੱਲਣ ਜੀ, ਤੇ ਬੜੀ ਉਹ ਬੰਦਗੀ ਕਰਦੇ ਸਨ। ਇੱਕ ਸੇਠ ਸੀਗਾ, ਉਹਦਾ ਸੁਭਾਅ ਤੇ ਇੰਨਾ ਵਧੀਆ ਨਹੀਂ ਸੀ, ਪਰ ਭਾਈ ਜੱਲਣ ਜੀ ਨੂੰ ਨਾ ਉਹਨੇ ਨਮਸਕਾਰ ਕਰਿਆ ਕਰਨੀ, ਹੱਥ ਜੋੜ ਕੇ ਸਿਰ ਨਵਾਉਣਾ, ਭਾਈ ਜੱਲਣ ਜੀ ਨੂੰ ਨਮਸਕਾਰ ਕਰਨੀ। ਕਈ ਜਿਹੜੇ ਸਿਆਸੀ ਬੰਦੇ ਆ ਉਹ ਵੀ ਰੱਬ ਦੇ ਪਿਆਰਿਆਂ ਨੂੰ ਲੰਘਦਿਆਂ ਲੰਘਦਿਆਂ ਹੀ ਮੱਥਾ ਟੇਕ ਜਾਂਦੇ।
ਉਹ ਸੇਠ ਨੇ ਬੜੀ ਨਮਸਕਾਰ ਕਰਨੀ ਉਹਨਾਂ ਨੂੰ, ਤੇ ਸੇਠ ਦਾ ਅੰਤਮ ਸਮਾਂ ਆ ਗਿਆ ਜੀ। ਉਧਰੋਂ ਭਾਈ ਜੱਲਣ ਜੀ ਦੀ ਘਰਵਾਲੀ ਦਾ ਵੀ ਅੰਤਮ ਸਮਾਂ ਆ ਗਿਆ ਜੀ। ਭਾਈ ਜੱਲਣ ਜੀ ਦੀ ਘਰਵਾਲੀ ਪਤਨੀ ਦਾ ਨਾਮ ਸੀਗਾ ਰਾਮਕੀ। ਕਹਿੰਦੇ ਰਾਮਕੀ ਸੇਠ ਸ਼ਾਹੂਕਾਰ ਹੈ ਨਾ ਜਿਹੜਾ, ਇਹ ਰੋਜ਼ ਨਮਸਕਾਰ ਕਰਕੇ ਲੰਘਦਾ ਸੀ ਤੇ ਦਰਗਾਹ ਦੇ ਵਿੱਚ ਇਹਦੀ ਸਿਫਾਰਿਸ਼ ਕਰਦੀ ਜਾ ਕੇ। ਉਹ ਕਹਿਣ ਲੱਗੀ ਮਹਾਰਾਜ ਉੱਥੇ ਇੰਨੀ ਵੱਡੀ ਦਰਗਾਹ ਦੇ ਵਿੱਚ ਕਿੱਥੇ ਮੇਰਾ ਨਾਮ, ਮੇਰੀ ਸਿਫਾਰਿਸ਼ ਕਿੱਥੋਂ ਮੰਨਣਗੇ। ਕਹਿੰਦੇ ਤੂੰ ਇੱਕ ਕੰਮ ਕਰੀ, ਉੱਥੇ ਧਰਮ ਰਾਜਾ ਬੈਠਾ ਹੋਏਗਾ ਤੇ ਜਾ ਕੇ ਨਾ ਧਰਮ ਰਾਜੇ ਨੂੰ ਕਹੀਂ ਵੀ ਗੁਰੂ ਅਰਜਨ ਸਾਹਿਬ ਜੀ ਨੂੰ ਜਾਣਦਾ। ਗੱਜ ਕੇ ਆਖੋ ਵਾਹਿਗੁਰੂ। ਉਹ ਜੇ ਕਹੇਗਾ ਨਾ ਜਾਣਦਾ, ਤੇ ਉਹਨੂੰ ਕਹੀਂ ਤੈਨੂੰ ਗੁਰੂ ਅਰਜਨ ਸਾਹਿਬ ਦਾ ਵਾਸਤਾ, ਇਹਨੇ ਗੁਰੂ ਅਰਜਨ ਸਾਹਿਬ ਦੇ ਸਿੱਖ ਨੂੰ ਨਮਸਕਾਰ ਰੋਜ਼ ਕਰਦਾ ਹੁੰਦਾ ਸੀ, ਇਹਨੂੰ ਛੱਡ ਦੇ। ਉਹ ਕਹਿੰਦੀ ਠੀਕ ਹੈ। ਇਧਰੋਂ ਸ਼ਾਹੂਕਾਰ ਨੇ ਸਰੀਰ ਤਿਆਗਿਆ, ਉਧਰੋਂ ਬੀਬੀ ਰਾਮਕੀ ਜੀ ਨੇ ਸਰੀਰ ਤਿਆਗ ਦਿੱਤਾ ਜੀ। ਅੱਗੇ ਗਏ, ਧਰਮ ਰਾਜਾ ਬੈਠਾ ਹੈ। ਬੀਬੀ ਰਾਮਕੀ ਜੀ ਜਾ ਕੇ ਨਾ ਧਰਮ ਰਾਜੇ ਨੂੰ ਕਹਿਣ ਲੱਗੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੂੰ ਜਾਣਦੇ ਹੋ। ਤੇ ਧਰਮ ਰਾਜਾ ਆਪਣੀ ਕੁਰਸੀ ਤੇ ਜਿੱਥੇ ਬੈਠਾ ਸੀ ਉੱਠ ਕੇ ਖਲੋ ਗਿਆ, ਕਹਿਣ ਲੱਗਾ ਨੌਕਰੀ ਉਹਨਾਂ ਦੀ ਕਰਦੇ ਆ। ਕਹਿਣ ਲੱਗੇ ਫਿਰ ਇਹ ਗੁਰੂ ਅਰਜਨ ਸਾਹਿਬ ਦੇ ਸਿੱਖ ਨੂੰ ਨਾ ਰੋਜ਼ ਨਮਸਕਾਰ ਕਰਕੇ ਲੰਘਦਾ ਹੁੰਦਾ ਸੀਗਾ। ਕਹਿੰਦਾ ਅੱਛਾ ਇਹਨੂੰ ਛੱਡ ਦਿਓ। ਜੇ ਕੋ ਜਿਉ ਕਹੈ ਉਹਨਾਂ ਨੂੰ ਤਿਨ ਜਮ ਕੀ ਤਲਬ ਨਾ ਹੋਈ। ਜਿਸ ਗੁਰੂ ਅਰਜਨ ਸਾਹਿਬ ਜੀ ਦੇ ਸਿੱਖ ਨੂੰ ਨਮਸਕਾਰ ਕਰ ਦਿਓ, ਜਮਾਂ ਦੀ ਤਲਬ ਨਹੀਂ ਹੁੰਦੀ। ਉਹ ਗੁਰੂ ਅਰਜਨ ਦੇਵ ਮਹਾਰਾਜ ਆਪ ਕਿੰਨੇ ਵੱਡੇ ਹੋਣਗੇ ਜੀ। ਮਹਾਰਾਜ ਤੇ ਨਿਰੰਕਾਰ ਹੀ ਨੇ, ਆਪ ਪਰਮੇਸ਼ਰ ਹੀ ਨੇ। ਜੋਗੀ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਨਰਨ ਉਦਾਹਰਨ ਤੁਮਰੇ ਹੱਥ। ਇਹ ਸੱਚੇ ਪਾਤਸ਼ਾਹ ਧਰਤੀ ਦੇ ਜੀਵਾਂ ਦਾ ਉਧਾਰ ਕਰਨਾ ਇਹ ਤਾਂ ਆਪ ਜੀ ਦੇ ਹੱਥ ਹੈ। ਹਾਂਜੀ। ਅਪਰ ਕਿਸੂ ਮੈਂ ਨਹਿ ਸਮਰੱਥ। ਮਹਾਰਾਜ ਕਿਸੇ ਹੋਰ ਵਿੱਚ ਇਹ ਸਮਰੱਥਾ ਨਹੀਂ ਹੈਗੀ। ਹਾਂਜੀ। ਇਸ ਹਿਤ ਰਾਵਰ ਨੇ ਤਨ ਧਾਰਿਓ। ਜੋਗੀ ਪਹੁੰਚਿਆ ਹੋਇਆ ਜੀ। ਜੋਗੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਮਹਾਰਾਜ ਧਰਤੀ ਦੇ ਜੀਵਾਂ ਨੂੰ ਤਾਰਨ ਵਾਸਤੇ ਤੁਸੀਂ ਆਏ ਹੋ। ਮਹਾਰਾਜ ਅਵਤਾਰ ਹੀ ਇਸੇ ਕਰਕੇ ਧਾਰਨ ਕੀਤਾ ਤੁਸਾਂ ਨੇ। ਹਾਂਜੀ। ਸਤਿ ਨਾਮ ਸਿਮਰਨ ਵਿਸਤਾਰਿਓ। ਆ ਕੇ ਸਤਨਾਮ ਵਾਹਿਗੁਰੂ ਪਰਮੇਸ਼ਰ ਦੇ ਸਿਮਰਨ ਦਾ ਵਿਸਥਾਰ ਕੀਤਾ ਤੁਸਾਂ ਆ ਕੇ। ਹਾਂਜੀ। ਇਮ ਸਭ ਜੁਗ ਕੋ ਭਾਰ ਜੇ ਧਰਨੋ। ਤੁਮ ਬਿਨ ਅਪਰ ਕੌਣ ਇਮ ਕਰਨੋ। ਇਮ ਸਭ ਜਗ ਕੋ ਭਾਰ ਜੇ ਧਰਨੋ। ਸਾਰੇ ਜਗ ਨੇ ਜਿਹੜਾ ਭਾਰ ਧਾਰਨ ਕੀਤਾ ਨਾ ਮਹਾਰਾਜ ਤੁਹਾਡੇ ਬਗੈਰ ਉਹਨੂੰ ਦੂਜਾ ਨਹੀਂ ਕੋਈ ਦੂਰ ਕਰ ਸਕਦਾ ਜੀ। ਭਾਵ ਧਰਤੀ ਦੇ ਜੀਵਾਂ ਦਾ ਜਿਹੜਾ ਭਾਰ ਹੈ ਪਾਪਾਂ ਦਾ, ਉਹ ਮਹਾਰਾਜ ਤੁਸੀਂ ਹੀ ਕੱਟ ਸਕਦੇ ਹੋ। ਕਿਉਂ ਇਹ ਤੇ ਰੱਬ ਹੀ ਕਰ ਸਕਦਾ ਸਾਧ ਸੰਗਤ ਜੀ। ਤੇ ਗੁਰੂ ਅਰਜਨ ਸਾਹਿਬ ਕੌਣ ਨੇ? ਆਪ ਰੱਬ ਨੇ ਜੀ। ਹਾਂਜੀ। ਮੁਝ ਕੋ ਆਇਸ ਦਿਓ ਸਮਾਵੋ। ਹੁਣ ਮਹਾਰਾਜ ਮੈਨੂੰ ਆਗਿਆ ਦਿਓ, ਮੈਂ ਸਮਾ ਜਾਣਾ ਚਾਹੁੰਦਾ, ਮੈਂ ਸਰੀਰ ਤਿਆਗ ਦੇਣਾ ਚਾਹੁੰਦਾ। ਰਹਿਬੇ ਕੋ ਨਾ ਸੰਕਲਪ ਉਠਾਵੋ। ਰਹਿਣ ਵਾਸਤੇ ਕੋਈ ਸੰਕਲਪ ਨਾ ਹੀ ਉਠਾਵਾਂ ਮੈਂ ਇੱਥੇ। ਭਾਵ ਹੁਣ ਜਗਤ ਵਿੱਚ ਰਹਿਣ ਬਾਰੇ ਸੋਚਾਂ ਹੀ ਨਾ, ਜਿਹੜਾ ਕੰਮ ਕਰਨਾ ਉਹ ਕਰ ਲਿਆ। ਹਾਂਜੀ। ਅਬ ਹੈ ਕਿਰਪਾ ਇਸ ਵਿਦ ਕੀ ਕਰੋ। ਜਿਸ ਤੇ ਆਪਨ ਤਨ ਪਰ ਹਰੋ। ਤੇ ਹੁਣ ਮੇਰੇ ਤੇ ਇਹ ਕਿਰਪਾ ਕਰੋ ਵੀ ਸਰੀਰ ਛੁੱਟ ਜਾਵੇ। ਮੇਰੇ ਗੁਰੂ ਨੇ ਕਿਹਾ ਸੀ ਉਹਨਾਂ ਚਿਰ ਤੱਕ ਤੇਰਾ ਸਰੀਰ ਨਹੀਂ ਛੁੱਟੇਗਾ ਜਿੰਨਾ ਚਿਰ ਤੱਕ ਗੁਰੂ ਅਰਜਨ ਸਾਹਿਬ ਤੇਰੇ ਤੇ ਕਿਰਪਾ ਨਹੀਂ ਕਰਨਗੇ। ਤੇ ਹੁਣ ਮਹਾਰਾਜ ਆਪ ਮੇਰੇ ਤੇ ਕਿਰਪਾ ਕਰ ਹੀ ਦਿਓ। ਹਾਂਜੀ। ਦ੍ਰਿੜ ਨਿਸ਼ਚਾ ਜੋਗੀ ਕੋ ਜਾਨਾ। ਮਹਾਰਾਜ ਗੁਰੂ ਅਰਜਨ ਸਾਹਿਬ ਜੀ ਨੇ ਵੇਖਿਆ ਜੋਗੀ ਦਾ ਪੱਕਾ ਫੁਰਨਾ ਬਣਿਆ ਸਰੀਰ ਤਿਆਗਣ ਦਾ। ਹਾਂਜੀ। ਸ਼੍ਰੀ ਅਰਜਨ ਬਿਗ ਸੰਤ ਬਖਾਨਾ। ਤੇ ਮਹਾਰਾਜ ਪ੍ਰਸੰਨ ਹੋਏ ਜੀ। ਫਿਰ ਤੇ
ਇੱਕ ਗੱਲ ਸੋਚੋ ਵੀ ਜਿਨ੍ਹਾਂ ਤੇ ਗੁਰੂ ਅਰਜਨ ਸਾਹਿਬ ਪ੍ਰਸੰਨ ਹੋ ਜਾਣ ਉਹ ਤੇ ਬੰਦੇ ਬੰਦੇ ਨਹੀਂ ਹੈਗੇ ਜੀ, ਉਹ ਤੇ ਮਹਾਂਪੁਰਖ ਨੇ, ਉਹ ਤੇ ਨਿਹਾਲ ਹੋਣ ਵਾਲੇ ਨੇ। ਮਹਾਰਾਜ ਉਹਨਾਂ ਤੇ ਪ੍ਰਸੰਨ ਹੋਏ ਜੀ। ਹਾਂਜੀ, ਕਰੋ ਜਥਾ ਅਬਿਲਾਖ ਤੁਮਾਰੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਜੋਗੀ ਜੀ ਫਿਰ ਉਵੇਂ ਹੀ ਕਰੋ ਜਿਵੇਂ ਤੁਹਾਡੀ ਇੱਛਾ ਹੈ। ਹਾਂਜੀ, ਜਿਮ ਉਚਰਹਾ ਤਿਮ ਹਮ ਅਨੁਸਾਰੀ। ਹਾਂ, ਮਹਾਰਾਜ ਕਹਿਣ ਲੱਗੇ ਜਿਵੇਂ ਤੁਸੀਂ ਕਹਿੰਦੇ ਹੋ ਅਸੀਂ ਤੁਹਾਡੇ ਅਨੁਸਾਰ ਹਾਂ, ਜਿਵੇਂ ਕਹੋਗੇ ਉਵੇਂ ਹੋ ਜਾਏਗਾ। ਹਾਂਜੀ, ਪੁੰਨ ਬੁੱਢੇ ਸੋ ਗੁਰੂ ਬਖਾਨੀ। ਆਖੋ ਸਾਰੇ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ। ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਨਾ ਬਾਬਾ ਬੁੱਢਾ ਜੀ ਦੀ ਡਿਊਟੀ ਲਾਈ ਜੀ। ਬਾਬਾ ਬੁੱਢਾ ਜੀ ਨੂੰ ਆਖਿਆ ਜੀ ਜਿਮ ਇਹ ਜੋਗੀ ਭਾਖੈ ਬਾਣੀ। ਮਹਾਰਾਜ ਕਹਿਣ ਲੱਗੇ ਬਾਬਾ ਜੀ ਇਹ ਜੋਗੀ ਜਿਵੇਂ ਆਖਦਾ ਹੈ, ਹਾਂਜੀ, ਤਿਮ ਤੁਮ ਸੰਗ ਹੋਏ ਕਰ ਕਰੀਏ। ਉਵੇਂ ਤੁਸੀਂ ਕਰਦੇ ਹੋ। ਜੋਗੀ ਜੀ ਜੋ ਆਖਦੇ ਉਵੇਂ ਸਤ ਬਚਨ ਕਰਦੇ ਹੋ। ਪੁਰਸ਼ੋਤਮ ਆਇਸ ਅਨੁਸਰੀਏ। ਮਹਾਰਾਜ ਕਹਿੰਦੇ ਉੱਤਮ ਪੁਰਸ਼ ਹੈ, ਇਹ ਜਗਤ ਵਿੱਚ ਉੱਤਮ ਪੁਰਸ਼ ਹੈ ਤੇ ਉੱਤਮ ਪੁਰਸ਼ਾਂ ਦੀ ਆਗਿਆ ਮੰਨਣੀ ਚਾਹੀਦੀ ਹੈ। ਹਾਂਜੀ, ਹੁਕਮ ਪਾਏ ਸਤਿਗੁਰ ਕੋ ਖਲੇ। ਬਾਬਾ ਬੁੱਢਾ ਸਾਹਿਬ ਉਸੇ ਵੇਲੇ ਹੀ ਗੁਰੂ ਸਾਹਿਬ ਦਾ ਹੁਕਮ ਸੁਣ ਕੇ ਹੱਥ ਜੋੜ ਕੇ ਖਲੋ ਗਏ ਜੀ। ਤੇ ਮੈਂ ਬੇਨਤੀ ਕਰਾਂ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਦੇ ਵੇਲੇ ਦੇ ਹੈ ਜੀ। ਉਹ ਇਹ ਨਹੀਂ ਸੋਚਦੇ ਵੀ ਗੁਰੂ ਅਰਜਨ ਸਾਹਿਬ ਨੇ ਕਿਹਾ, ਉਹ ਕਹਿੰਦੇ ਨਹੀਂ ਗੁਰੂ ਨਾਨਕ ਸਾਹਿਬ ਦਾ ਮੈਨੂੰ ਹੁਕਮ ਹੋ ਗਿਆ ਜੀ। ਉਸੇ ਵੇਲੇ ਹੱਥ ਜੋੜ ਕੇ ਖਲੋ ਗਏ ਜੀ। ਅਵਲੋਕ ਹੈ ਲਖ ਪਾਵਨ ਭਲੇ। ਤੇ ਉਸ ਪਵਿੱਤਰ ਜੋਗੀ ਨੂੰ ਵੇਖਿਆ ਬਾਬਾ ਬੁੱਢਾ ਜੀ ਨੇ, ਦਰਸ਼ਨ ਕੀਤੇ। ਹੁਤੇ ਜੇ ਲੋਕ ਫਿਰਤ ਚੌਂ ਪਾਸੇ। ਗਮਨਤ ਭਏ ਮਿਲੇ ਨਰ ਰਾਸੇ। ਜਿੰਨੇ ਲੋਕ ਸਨ ਉਹ ਸਾਰੇ ਜੋਗੀ ਜੀ ਨੂੰ ਵੇਖਣ ਆ ਕੇ ਦਰਸ਼ਨ ਕਰਨ। ਹੈ ਇੰਨੇ ਜੁਗਾਂ ਦਾ ਬੈਠਾ ਇੱਥੇ ਧਰਤੀ ਦੇ ਹੇਠਾਂ ਤੇ ਬਚਿਆ ਹੋਇਆ। ਮਹਾਰਾਜਾ ਰਣਜੀਤ ਸਿੰਘ ਜੀ ਦੇ ਸਮੇਂ ਨਾ ਇੱਕ ਸਾਧੂ 40 ਦਿਨ ਹੇਠਾਂ ਰਿਹਾ ਸੀ ਧਰਤੀ ਦੇ ਜੀ, ਦੱਬਿਆ ਗਿਆ ਸੀ। 40 ਦਿਨ ਹੇਠਾਂ ਰਿਹਾ ਸੀਗਾ ਤੇ ਮੁੜ ਜਦੋਂ ਉਹਨੂੰ ਕੱਢਿਆ ਗਿਆ, ਮਾਲਸ਼ਾਂ ਕੀਤੀਆਂ ਗਈਆਂ, ਉਹਨੂੰ ਹੋਸ਼ ਆ ਗਈ ਸੀਗੀ ਜੀ। ਲੋਕ ਕਹਿੰਦੇ ਵੇਖੀਏ ਤੇ ਸਹੀ। ਹਾਂਜੀ, ਨਿਕਸਿਓ ਜੋਗੀ ਸੁਨ ਸੁਨ ਧਾਏ। ਬਸ ਲੋਕ ਤੇ ਸੁਣ ਸੁਣ ਕੇ ਭੱਜੇ ਆਏ ਵੀ ਜੋਗੀ ਨਿਕਲਿਆ, ਜੋਗੀ ਨਿਕਲਿਆ, ਵੇਖੀਏ ਕਿਹੋ ਜਿਹਾ। ਕਰਿਓ ਬਿਲੋਕਨ ਮਨ ਬਿਸਮਾਏ। ਤੇ ਲੋਕ ਦੇਖ ਦੇਖ ਕੇ ਬੜੇ ਹੈਰਾਨ ਹੋਣ ਜੀ। ਕਿਉਂ ਹੈਰਾਨ ਹੋਣ ਵੀ ਇੰਨਾ ਚਿਰ ਵੀ ਕੋਈ ਜਿਉਂਦਾ ਰਹਿ ਸਕਦਾ। ਫਿਰ ਇਹ ਜਿਉਂਦੇ ਰਹੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਦਰਸ਼ਨਾਂ ਵਾਸਤੇ। ਲੋਕ ਬੜੇ ਹੈਰਾਨ ਹੋਏ ਜੀ। ਚਿਰੰਕਾਲ ਕੀ ਆਰਬਲਾ ਜਿਹੇ। ਅਚਰਜ ਇਸ ਯੁਗ ਮੈਂ ਦੇਖੈਂ ਤੇਹੇ। ਇਹ ਤੇ ਇਸ ਯੁੱਗ ਵਿੱਚ ਬੜੀ ਵੱਡੀ ਗੱਲ ਹੈ, ਇੰਨਾ ਲੰਮਾ ਸਮਾਂ ਰਹਿਣਾ। ਆ ਸੁਲਤਾਨਵਿੰਡ ਪਿੰਡ ਦੇ ਵਿੱਚ ਨਾ ਇੱਕ ਪੁਰਸ਼ ਰਹਿੰਦਾ ਸੀਗਾ। ਉਹਨੂੰ 40 ਕੁ ਸਾਲ ਹੋਏ ਆ ਸਰੀਰ ਤੇ ਅੱਗੇ ਨੂੰ, ਬਜ਼ੁਰਗ ਨੂੰ। ਤੇ ਉਹ ਗੁਰੂ ਰਾਮਦਾਸ ਜੀ ਦੇ ਵੇਲੇ ਦਾ ਬੈਠਾ ਸੀਗਾ ਜੀ। ਗੁਰੂ ਰਾਮਦਾਸ ਜੀ ਦੇ ਵੇਲੇ ਦਾ। ਉਹ ਕਹਿੰਦਾ ਮੈਂ ਵੇਖਿਆ ਮੇਰੇ ਸਾਹਮਣੇ ਹੀ ਸਰੋਵਰ ਬਣਿਆ, ਮੇਰੇ ਸਾਹਮਣੇ ਗੁਰੂ ਅਰਜਨ ਸਾਹਿਬ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੇਰੇ ਸਾਹਮਣੇ ਹੀ ਹੋਏ। ਕਹਿੰਦਾ ਛੋਟਾ ਜਿਹਾ ਸਾਂ ਮੈਂ ਤੇ ਬੜੀ ਉਮਰ ਸੀਗੀ ਜੀ ਉਹਦੀ, 400 ਸਾਲ ਤੋਂ ਵੱਧ ਉਮਰ ਸੀਗੀ ਉਹਦੀ। ਤੇ ਉਂਝ ਜੋ ਕੂੰਦਾ ਨਹੀਂ ਕਿਸੇ ਨਾਲ ਚੰਗੀ ਤਰ੍ਹਾਂ ਜੀ, ਥੋੜਾ ਸਖਤ ਹੀ ਬੋਲਦਾ ਸੀ ਸਾਰਿਆਂ ਨੂੰ। ਵੱਡੀ ਉਮਰ ਸੀਗੀ ਤੇ ਉਹ ਰਿਹਾ ਜੀ ਪਿੰਡ 'ਚ। ਉਹ ਬਜ਼ੁਰਗ ਬੈਠੇ ਨੇ ਉਹਦੇ ਪਿੰਡ ਵਾਲੇ ਜਿਨ੍ਹਾਂ ਦੱਸਿਆ ਜੀ। ਉਹ ਕਹਿੰਦੇ ਅਸੀਂ ਵੇਖਿਆ ਸੀਗਾ ਉਹਨੂੰ ਜੀ। ਪਿੰਡ ਦੇ ਬਾਹਰ ਇੱਕ ਝੌਂਪੜੀ ਬਣਾਈ ਸੀ, ਉੱਥੇ ਰਹਿੰਦਾ ਹੁੰਦਾ ਸੀਗਾ ਜੀ। ਸੋ ਲੋਕ ਸਾਰੇ ਹੈਰਾਨ ਹੋਏ, ਜੋਗੀ ਜੀ ਦੇ ਦਰਸ਼ਨ ਕਰਨ ਆਉਂਦੇ ਆ ਵੀ ਇਹ ਤੇ ਬੜੀ ਦੁਰਲੱਭ ਗੱਲ ਹੈ, ਇੰਨੀ ਵੱਡੀ ਉਮਰ ਵਾਲਾ ਸਰੀਰ। ਹਾਂਜੀ, ਧਾਏ ਧਾਏ ਹਰਖੈਂ ਬਿਸਮਾਵਹਿ। ਉਹ ਭੱਜ ਭੱਜ ਕੇ ਆਉਂਦੇ ਆ
ਵੇਖਦੇ ਆ, ਖੁਸ਼ ਵੀ ਹੁੰਦੇ ਆ ਤੇ ਹੈਰਾਨ ਵੀ ਹੁੰਦੇ ਆ ਪ੍ਰੇਮੀ। ਹਾਂਜੀ। ਅਪਰ ਅਪਰ ਸੋ ਕਰਹਿ ਬੁਝਾਵੈ। ਹੋਰਨਾਂ ਨੂੰ ਵੀ ਜਾ ਕੇ ਦੱਸਦੇ, ਭਾਈ ਮਹਾਰਾਜ ਦੀ ਹਾਜ਼ਰੀ ਚ ਇੱਕ ਜੋਗੀ ਨਿਕਲਿਆ, ਧਰਤੀ ਦੇ ਵਿੱਚੋਂ ਨਿਕਲਿਆ। ਹਾਂਜੀ। ਪੂਰਬਲੇ ਜੁਗ ਕੋ ਤਨ ਇਹੋ ਹੈ। ਤੇ ਪੂਰਬਲੇ ਯੁੱਗਾਂ ਦਾ ਸਰੀਰ ਹੈ ਉਹਦਾ, ਹੁਣ ਵਾਲਾ ਸਰੀਰ ਨਹੀਂ ਹੈਗਾ। ਹਾਂਜੀ। ਦੀਰਘਤਾ ਸਭ ਅੰਗਨ ਲਹਿ ਹੈ। ਸਾਰੇ ਅੰਗਾਂ ਦੀ ਉਮਰ ਵੱਡੀ ਹੋ ਗਈ ਹੈ ਉਹਦੇ। ਹਾਂਜੀ। ਪਰਮ ਬ੍ਰਿਧ ਮੁਖ ਬਰਨ ਦੀ ਪਾਵਤ ਹੈ ਤੇ ਬੜਾ ਬਜ਼ੁਰਗ ਹੈ, ਪਰ ਸਾਰੇ ਕਹਿਣ ਲੱਗੇ ਜਿਹੜਾ ਮੁਖ ਹੈ ਨਾ ਉਹਦਾ, ਉਹ ਲਿਸ਼ਕਾਂ ਮਾਰਦਾ ਹੈ। ਕਿਉਂ? ਪਰਮੇਸ਼ਰ ਦੇ ਨਾਮ ਦੇ ਪ੍ਰਤਾਪ ਨਾਲ ਜੀ। ਹਾਂਜੀ। ਸੇਤ ਸਮਸ਼ਰੂ ਕੇਸ ਸੁਹਾਵਤ। ਐ ਸਫੇਦ ਉਹਦਾ ਦੜ ਹੈ, ਲੰਮੇ ਉਹਦੇ ਕੇਸ ਨੇ। ਪਹਿਲੇ ਜੋਗੀ ਕੋਈ ਵੀ ਮੋਨਾ ਨਹੀਂ ਹੋਇਆ, ਦਾੜੀਆਂ ਕੇਸਾਂ ਵਾਲੇ ਹੋਏ ਨੇ ਸਾਰੇ। ਹਾਂਜੀ। ਨਿਕਸ ਵਹਿਰ ਸਭ ਮੈਂ ਥਿਰ ਹੋਵਾ। ਤੇ ਬਾਹਰ ਨਿਕਲ ਕੇ ਸਾਰਿਆਂ ਦੇ ਵਿੱਚ ਖੜਾ ਹੋਇਆ ਉਹ ਜੋਗੀ। ਲੋਕ ਇਸ ਤਰ੍ਹਾਂ ਦੀਆਂ ਗੱਲਾਂ ਕਰਦੇ। ਦੇਖਿਓ ਜੋਗੀ ਸਭਨ ਖਰੋਵਾ। ਵੇਖਿਆ ਜੀ ਲੋਕਾਂ ਨੇ ਉਹਨੂੰ ਖਲੋਤੇ ਨੂੰ, ਗੱਲਾਂ ਕਰਦੇ ਨੂੰ। ਲੋਕ ਆ ਕੇ ਵੇਖਦੇ ਆ, ਹੈਰਾਨ ਵੀ ਹੁੰਦੇ ਆ। ਹਾਂਜੀ। ਕਹੈ ਇਹੋ ਥਾਨ ਪੁਨੀਤ ਮਹਾਨਾ। ਜੋ ਸੇਵੈ ਨਰ ਆਨ ਸੁਜਾਨਾ। ਗੱਜ ਕੇ ਆਖੋ ਵਾਹਿਗੁਰੂ। ਤੇ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਿੱਖ ਆਪਸ 'ਚ ਗੱਲਾਂ ਕਰਦੇ ਆ। ਕਹਿੰਦੇ ਭਾਈ ਇਹ ਤੇ ਥਾਂ ਬੜੀ ਮਹਾਨ ਹੈ, ਬੜੀ ਪਵਿੱਤਰ ਜਗ੍ਹਾ ਹੈ। ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੀ ਖੋਜ ਕੀਤੀ ਹੈ। ਹਾਂ, ਇਸ ਧਰਤੀ ਤੇ ਜਿਹੜਾ ਆ ਕੇ ਸੇਵਾ ਕਰੇਗਾ, ਇਸ ਧਰਤੀ ਨੂੰ ਪੂਜੇਗਾ, ਉਹਨੂੰ ਵੀ ਵੱਡੇ ਵੱਡੇ ਹੀ ਫਲ ਮਿਲਣਗੇ। ਹਾਂਜੀ। ਸ਼ਰਧਾ ਧਰੈ ਬੰਦਨਾ ਠਾਨ। ਇਸ ਤਰੀਕੇ ਨਾਲ ਸੰਗਤਾਂ ਹੋਰ ਸ਼ਰਧਾ ਨਾਲ ਆ ਕੇ ਉੱਥੇ ਸੇਵਾ ਕਰਨ ਲੱਗ ਪਈਆਂ ਜੀ, ਮੱਥਾ ਟੇਕਣ ਲੱਗ ਪਈਆਂ ਜੀ ਉਸ ਜਗ੍ਹਾ ਨੂੰ। ਹਾਂਜੀ। ਸਤਨਾਮ ਸਿਮਰੈ ਗੁਣ ਖਾਨ। ਤੇ ਸਭ ਗੁਣਾਂ ਦੀ ਖਾਨ ਪਰਮੇਸ਼ਰ ਦਾ ਨਾਮ ਹੈ। ਪਰਮੇਸ਼ਰ ਦੇ ਨਾਮ ਨੂੰ ਜਪਦੀਆਂ ਨੇ ਸੰਗਤਾਂ, ਸੇਵਾ ਕਰਦੀਆਂ, ਨਾਮ ਜਪਦੀਆਂ ਨੇ। ਹਾਂਜੀ। ਇਸ ਥਲ ਕੀਜੈ ਤਾਲ ਵਿਸਾਲਾ। ਮੱਜਤ ਤਿਆਗਹਿ ਪਾਪ ਕਰਾਲਾ। ਤੇ ਜੋਗੀ ਨੇ ਵੀ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਇਸ ਜਗ੍ਹਾ ਮਹਾਰਾਜ ਵੱਡਾ ਸਰੋਵਰ ਬਣਾਇਓ, ਵੱਡਾ ਸਰੋਵਰ। ਮੱਜਤ ਤਿਆਗਹਿ ਪਾਪ ਕਰਾਲਾ। ਇੱਥੇ ਜਿਹੜਾ ਇਸ਼ਨਾਨ ਕਰੇਗਾ ਉਹਦੇ ਵੱਡੇ ਵੱਡੇ ਪਾਪ ਦੂਰ ਹੋਇਆ ਕਰਨਗੇ। ਹਾਂਜੀ। ਨਾਸਤ ਹੈ ਸਭ ਮਨ ਕੇ ਦੋਸ਼। ਪ੍ਰਾਪਤ ਹੋਵੇ ਤਿਹ ਸੰਤੋਸ਼। ਮਨ ਦੇ ਵਿਕਾਰ ਵੀ ਦੂਰ ਹੋਣਗੇ ਤੇ ਸੰਤੋਖ ਦੀ ਪ੍ਰਾਪਤੀ ਹੋਏਗੀ। ਕਈ ਇਹ ਵੀ ਗੁਰਮੁਖ ਪਿਆਰੇ ਦੱਸਦੇ ਆ ਵੀ ਉਸ ਰਿਸ਼ੀ ਦਾ ਨਾਮ ਭਾਈ ਸੰਤੋਖਾ ਜੀ ਸੀਗਾ ਜੀ। ਇਸ ਕਰਕੇ ਮਹਾਰਾਜ ਨੇ ਫਿਰ ਸਰੋਵਰ ਦਾ ਨਾਮ ਉਹਨਾਂ ਦੇ ਨਾਮ ਤੇ ਰੱਖਿਆ ਸੀਗਾ, ਸ੍ਰੀ ਸੰਤੋਖ ਸਰ ਸਾਹਿਬ। ਸੰਤੋਖ ਸਰ ਸਾਹਿਬ ਮਹਾਰਾਜ ਨੇ ਨਾਮ ਤਾਂ ਰੱਖਿਆ ਸੀਗਾ ਜੀ। ਗੁਰਦੁਆਰਾ ਟਾਹਲੀ ਸਾਹਿਬ ਕਹਿੰਦੇ ਆ, ਪਰ ਸਰੋਵਰ ਦਾ ਨਾਮ ਕੀ ਹੈ? ਸੰਤੋਖ ਸਰ। ਤੇ 5 ਸਰੋਵਰਾਂ ਦੇ ਇਸ਼ਨਾਨਾਂ ਦਾ ਮਹਾਤਮ ਹੈ। ਦਰਬਾਰ ਸਾਹਿਬ ਦੇ ਸਰੋਵਰ 'ਚ ਇਸ਼ਨਾਨ ਕਰਦੇ ਹੋ, ਉਹਨੂੰ ਅੰਮ੍ਰਿਤਸਰ ਕਹਿੰਦੇ ਆ। ਉੱਥੇ ਅੰਮ੍ਰਿਤ ਨਾਮ ਦੀ ਪ੍ਰਾਪਤੀ ਹੁੰਦੀ ਹੈ। ਵਿਵੇਕਸਰ ਸਰੋਵਰ 'ਚ ਇਸ਼ਨਾਨ ਕਰਦੇ ਹੋ, ਵਿਵੇਕ ਬੁੱਧੀ, ਗਿਆਨ ਵਾਲੀ ਬੁੱਧੀ ਦੀ ਪ੍ਰਾਪਤੀ ਹੁੰਦੀ ਹੈ। ਸੰਤੋਖਸਰ ਸਾਹਿਬ ਇਸ਼ਨਾਨ ਕਰਦੇ ਹੋ, ਉੱਥੇ ਸੰਤੋਖ ਦੀ ਪ੍ਰਾਪਤੀ ਹੁੰਦੀ ਹੈ। ਹਾਂਜੀ। ਸੋ ਮਹਾਰਾਜ ਨੇ ਵੱਖ ਵੱਖ ਭਾਵ ਰੱਖੇ ਆ ਜੀ। ਹਾਂਜੀ। ਨਮਰ ਥਾਨ ਪੁਨ ਕਹਿ ਖਨਵਾਇਓ। ਬੈਠ ਬੀਚ ਸਭ ਪੌਣ ਚੜਾਇਓ। ਸਰੋਵਰ ਦੇ ਵਿੱਚ ਹੀ ਨਾ ਉਹਨੇ ਨੀਵੀਂ ਥਾਂ ਪੁਟਵਾਈ ਜੀ ਜੋਗੀ ਨੇ, ਤੇ ਉਸ ਨੀਵੀਂ ਥਾਂ ਦੇ ਵਿੱਚ ਬੈਠ ਗਏ ਤੇ ਸਵਾਸ ਚੜਾ ਲਏ ਜੀ। ਹਾਂਜੀ। ਦਸਵੇਂ ਦਵਾਰ ਜੋਰ ਕੋ ਪਾਵਾ। 10ਵੇਂ ਦਵਾਰ ਦੇ ਵਿੱਚ ਪੂਰਾ ਜ਼ੋਰ ਪਾਇਆ ਜੀ। ਹਾਂਜੀ। ਬ੍ਰਹਮ ਰੰਧਰ ਕੋ ਫੋਰ ਕਰਾਵਾ। ਤੇ ਇੱਥੇ ਜੇ ਮੱਥੇ ਦੇ ਵਿੱਚੋਂ ਤੇਜ ਰੌਸ਼ਨੀ ਨਿਕਲੀ ਜੀ। ਉਸ ਰੌਸ਼ਨੀ ਦੇ ਰਾਹੀਂ ਉਹਦੀ ਰੂਹ ਬਾਹਰ ਨਿਕਲੀ ਤੋਂ ਉਹਨੇ ਸਰੀਰ ਛੱਡ ਦਿੱਤਾ ਜੀ।
ਗੱਜ ਕੇ ਆਖੋ ਵਾਹਿਗੁਰੂ। ਉਸ ਜੋਗੀ ਨੇ ਇਸ ਤਰੀਕੇ ਨਾਲ ਸਰੀਰ ਤਿਆਗ ਦਿੱਤਾ ਜੀ। ਹਾਂਜੀ, ਤਬ ਸਭ ਲੋਕਨ ਫੁੱਲ ਬਸਾਏ। ਉਹ ਜਦੋਂ ਉਹਨੇ ਸਰੀਰ ਤਿਆਗ ਦਿੱਤਾ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਜੀ। ਧੰਨ ਚੌਂਕੜੇ 'ਚ ਸਰੀਰ ਤਿਆਗਿਆ ਜੀ ਉਹਨੇ। ਹਾਂਜੀ, ਜੈ ਜੈ ਮੁਖ ਤੇ ਵਾਕ ਸੁਨਾਏ। ਸਾਰਿਆਂ ਨੇ ਜੋਗੀ ਦੀ ਜੈ ਜੈਕਾਰ ਕੀਤੀ, ਜੈ ਜੈਕਾਰ ਕੀਤੀ। ਸਰਬ ਪ੍ਰਕਾਰ ਬੰਦ ਨਾ ਕਰੈ। ਤੇ ਫਿਰ ਸਾਰੇ ਮੱਥਾ ਟੇਕਣ ਉਸ ਥਾਨ ਨੂੰ ਜੀ। ਧੰਨ ਹੈ ਇਹ ਜੋਗੀ। ਹਾਂਜੀ, ਹੇਰ ਹੇਰ ਅਚਰਜ ਕੋ ਧਰੈ। ਇਹ ਬੜੇ ਸਹਿਜੇ ਸਰੀਰ ਤਿਆਗਿਆ ਤੇ ਕਿਵੇਂ ਮੱਥੇ ਦੇ ਵਿੱਚੋਂ ਹੀ ਆਤਮਾ ਨਿਕਲ ਗਈ ਜੀ ਉਹਦੀ ਜੀ। ਹਾਂਜੀ, ਕੋਈ ਦੁੱਖ ਨਹੀਂ ਹੋਇਆ ਉਹਨੂੰ ਜੀ। ਲੋਕ ਬੜੇ ਹੈਰਾਨ ਹੋਏ ਜੀ। ਰੱਬ ਦੇ ਨਾਮ ਦੇ ਪ੍ਰਤਾਪ ਵਾਲੀਆਂ ਗੱਲਾਂ ਬੰਦਿਆਂ ਨੂੰ ਹੈਰਾਨ ਕਰ ਦਿੰਦੀਆਂ ਜੀ। ਹਾਂਜੀ, ਬਾਹਰੋ ਸਭਿਨ ਮਿਰਤਕਾ ਪਾਈ। ਬਾਅਦ ਵਿੱਚ ਸਾਰਿਆਂ ਨੇ ਉਸ ਜੋਗੀ ਦੇ ਉੱਤੇ ਮਿੱਟੀ ਪਾ ਦਿੱਤੀ, ਉਹਦੇ ਸਰੀਰ ਉੱਤੇ ਜੀ। ਜੋਗੀ ਕਰਿਓ ਅਲੋਪ ਤਿਥਾਈ। ਤੇ ਉੱਥੇ ਜੋਗੀ ਦਾ ਸਰੀਰ ਮਿੱਟੀ ਤੇ ਹੇਠਾਂ ਅਲੋਪ ਹੋ ਗਿਆ। ਹਾਂਜੀ, ਬਿਸਮਤ ਹੋਏ ਸਕਲ ਹਟ ਆਏ। ਸਾਰੇ ਹੈਰਾਨ ਹੋ ਕੇ ਤਾਂ ਨੂੰ ਆ ਗਏ, ਉੱਪਰ ਆ ਗਏ ਜੀ। ਹਾਂਜੀ, ਮਿਲੈ ਪਰਸਪਰ ਕਹਿਤ ਸੁਨਾਏ। ਸਾਰੇ ਆਪਸ ਵਿੱਚ ਮਿਲ ਕੇ ਇਹੋ ਜੀਆਂ ਗੱਲਾਂ ਬਾਤਾਂ ਕਰਨ ਲੱਗੇ ਜੀ। ਚਿਰੰਕਾਲ ਆਰ ਬਲਾ ਜਾਹੀ। ਭਾਈ ਉਸ ਜੋਗੀ ਦੀ ਬੜੀ ਲੰਮੀ ਉਮਰ ਸੀਗੀ, ਜਿਹਦੀ ਇੰਨੀ ਲੰਮੀ ਉਮਰ ਸੀ। ਹਾਂਜੀ, ਮੁਖ ਪਰ ਦਿਪਤ ਜੋਤ ਬਹੁਤਾਹੀ। ਪਰ ਮੁਖ ਬੜਾ ਚਮਕਦਾ ਸੀਗਾ, ਜੋਤ ਜਗਦੀ ਸੀ। ਨਾਮ ਦੇ ਪ੍ਰਤਾਪ ਵਾਲੀਆਂ ਬੜੀਆਂ ਗੱਲਾਂ ਨੇ ਸੰਗਤ ਜੀ। ਸਭ ਕੁਝ ਦੱਸਦਿਆਂ ਕਈ ਵਾਰੀ ਮਹਿਸੂਸ ਹੁੰਦਾ ਹੈ ਕਿ ਲੋਕ ਅੱਜ ਕੱਲ੍ਹ ਤਰਕ ਵਾਲੇ ਨੇ, ਪਤਾ ਨਹੀਂ ਉਹਨਾਂ ਨੇ ਗੱਲ ਨੂੰ ਕਿਹੜੇ ਬੰਨੇ ਲੈ ਜਾਣਾ ਜੀ। ਇੱਕ ਮਹਾਤਮਾ ਮਹਾਂਪੁਰਸ਼ ਐਸੇ ਵੀ ਹੋਏ ਹੈ, ਉਹਨਾਂ ਨੇ ਇੰਨਾ ਨਾਮ ਜਪਿਆ ਪਿਆਰੇ, ਉਹਨਾਂ ਦੇ ਸਰੀਰ ਦੀਆਂ ਨਾੜੀਆਂ ਦੇ ਵਿੱਚੋਂ ਵੀ ਰੌਸ਼ਨੀ ਬਾਹਰ ਆਉਂਦੀ ਸੀਗੀ ਜੀ। ਉਹਨਾਂ ਨੇ ਇੰਨਾ ਨਾਮ ਜਪਿਆ, ਅਭਿਆਸ ਕੀਤਾ, ਭਜਨ ਕੀਤਾ। ਕਹਿੰਦੇ ਮੁਖ ਵਿੱਚੋਂ ਤੇ ਜੋਤ ਚਮਕਦੀ ਸੀ, ਜਗਦਾ ਸੀਗਾ ਮੁਖ ਉਹਨਾਂ ਦਾ ਜੀ। ਹੁਣ ਵੇਖ ਲਓ ਜਿਹੜੇ ਬੰਦੇ ਨਾਮ ਨਹੀਂ ਜਪਦੇ ਉਹਨਾਂ ਦੇ ਮੁਖ ਵੇਖ ਲਓ, ਵੇਖ ਵੇਖ ਹੀ ਡਰ ਆਈ ਜਾਂਦਾ ਜੀ ਉਹਨਾਂ ਨੂੰ। ਬੜੇ ਭਿਆਨਕ ਮੁਖ ਹੋਏ ਹੁੰਦੇ ਜੀ। ਚੇਤਾ ਰੱਖਿਓ, ਜਿਹੜਾ ਬੰਦਾ ਰੋਜ਼ ਨਾਮ ਜਪੇ ਦਿਨੋਂ ਦਿਨ ਸੋਹਣਾ ਸੋਹਣਾ ਹੋਈ ਜਾਏਗਾ ਜੀ। ਨਾਮ ਬੰਦੇ ਨੂੰ ਸੋਹਣਾ ਬਣਾਉਂਦਾ ਹੈ ਜੀ। ਜਿਹੜੀਆਂ ਅਸੀਂ ਕਰੀਮਾਂ ਲਾ ਲਾ ਕੇ ਸੋਹਣੇ ਬਣਦੇ ਨਾ ਜੀ, ਉਹਦੇ ਨਾਲ ਨਹੀਂ ਕੋਈ ਬੰਦਾ ਸੋਹਣਾ ਬਣਦਾ ਜੀ। ਕਰੀਮਾਂ ਲਾ ਲਾ ਰੰਗ ਗੋਰਾ ਹੋਣਾ ਹੋਵੇ ਤੇ ਕਿਸੇ ਨੂੰ ਲਾਓ ਹਾਂ ਮੱਝ ਨੂੰ, ਵੇਖਦੇ ਕਿਹੜੀ ਗੋਰੀ ਹੁੰਦੀ ਹੈ ਜੀ। ਹਾਂਜੀ, ਕਿਸੇ ਝੋਟੇ ਨੂੰ ਲਾ ਕੇ ਵਿਖਾ ਦਿਓ। ਨਾਮ ਬੰਦੇ ਨੂੰ ਸੋਹਣਾ ਕਰ ਦਿੰਦਾ ਜੀ। ਸਿਮਰਨ ਬੰਦੇ ਨੂੰ ਸੋਹਣਾ ਬਣਾ ਦਿੰਦਾ ਜੀ। ਨਾਮ ਜਪਣ ਵਾਲੇ ਸੋਹਣੇ ਲੱਗਣ ਲੱਗ ਪੈਂਦੇ। ਵਾਹੋ ਵਾਹੋ ਕਰਹੇ ਸਈ ਜਨ ਸੋਹਣੇ। ਮਹਾਰਾਜ ਕਹਿੰਦੇ ਉਹ ਬੰਦੇ ਸੋਹਣੇ ਲੱਗਦੇ ਆ। ਜੋਤ ਚਮਕਦੀ ਹੈ ਉਹਦੇ ਮੁਖ ਵਿੱਚੋਂ, ਸਾਰੇ ਇਹੋ ਜਿਹੀਆਂ ਗੱਲਾਂ ਕਰਦੇ ਜੀ। ਹਾਂਜੀ, ਧੰਨ ਪੁਰਖ ਐਸੇ ਜਗ ਮਾਹੀ। ਕਹਿੰਦੇ ਐਸੇ ਪੁਰਸ਼ ਤੇ ਧੰਨ ਹੀ ਨੇ ਜਗਤ ਵਿੱਚ, ਜਿਨ੍ਹਾਂ ਨੇ ਆ ਕੇ ਪਰਮੇਸ਼ਰ ਦੀ ਬੰਦਗੀ ਕੀਤੀ ਹੈ। ਹਾਂਜੀ, ਮਨ ਵਿਕਾਰ ਜਿਨ ਪਰਸਿਓ ਨਾਹੀ। ਜਿਨ੍ਹਾਂ ਦੇ ਮਨ ਵਿਕਾਰਾਂ ਤੋਂ ਦੂਰ ਰਹੇ ਜੀ। ਅਸੀਂ ਸੰਗਤ ਜੀ ਆਮ ਬੰਦੇ, ਕੋਈ ਨਾ ਕੋਈ ਵਿਕਾਰ ਮਨ 'ਚ ਆ ਹੀ ਜਾਂਦਾ ਜੀ। ਕੋਈ ਜਤੀ ਸਤੀ ਕਾਮ ਤੇ ਕੰਟਰੋਲ ਕਰ ਲੇਗਾ, ਉਹਨੂੰ ਗੁੱਸਾ ਆ ਜਾਂਦਾ ਜੀ। ਕੋਈ ਗੁੱਸੇ ਤੇ ਕੰਟਰੋਲ ਕਰ ਲੇਗਾ, ਹਉਮੈ ਫੜ ਲੈਂਦੀ ਹੈ ਵੀ ਮੈਂ ਕਾਮ ਕ੍ਰੋਧ ਜਿੱਤ ਲਏ ਜੀ। ਪਰ ਐਸੇ ਪੁਰਸ਼ ਧੰਨ ਨੇ ਜਿਨ੍ਹਾਂ ਨੂੰ ਵਿਕਾਰਾਂ ਨੇ ਛੋਇਆ ਵੀ ਨਹੀਂ ਜੀ। ਇੰਨਾ ਨਾਮ ਜਪਿਆ ਜੀ। ਦੋਹਰਾ ਏਮ ਜੋਗੀ ਤਪਸੀ ਮਹਿਦ ਭਇਓ ਬਿਰਤੰਤ ਵਿਸਾਲ। ਇਸ ਤਰੀਕੇ ਨਾਲ ਉਸ ਜੋਗੀ ਜਿਹਨੇ ਬੜਾ ਹੀ ਜਪ ਕੀਤਾ, ਬੜਾ ਤਪ ਕੀਤਾ, ਉਹਦੀ ਘਟਨਾ ਵਰਤੀ ਜੀ ਸਾਰੀ। ਹਾਂਜੀ, ਸੁਨ ਪੇਖ ਨਰ ਨਾਰੀ ਤਹਾਂ ਅਚਰਜ ਭੇ ਤਿਸ ਕਾਲ। ਉਸ ਸਮੇਂ ਜਿੰਨੇ ਲਾਗੇ ਲਾਗੇ ਪੁਰਸ਼ ਸਨ, ਇਸਤਰੀਆਂ ਸਨ, ਜਿਹੜਾ ਜਿਹੜਾ ਸੁਣਦਾ, ਜਿੰਨੇ ਜਿੰਨੇ ਆ ਕੇ ਵੇਖਿਆ, ਸਾਰੇ ਹੈਰਾਨ ਹੀ ਸਨ ਜੀ। ਅੱਛਾ,
ਮਹਾਰਾਜ ਦੇ ਦਰਸ਼ਨਾਂ ਵਾਸਤੇ ਇੰਨੇ ਯੁੱਗਾਂ ਦਾ ਬੈਠਾ ਸੀਗਾ ਇੱਥੇ। ਫਿਰ ਧਰਤੀ ਦੇ ਹੇਠਾਂ ਨੱਪਿਆ, ਜਿਉਂਦਾ ਜਾਗਦਾ ਰਿਹਾ। ਸਾਰੇ ਬੜੇ ਹੈਰਾਨ ਸਨ ਜੀ ਇਹ ਗੱਲ ਸੁਣ ਕੇ। ਹਾਂਜੀ। ਚੌਪਈ ਇਤਨੈ ਬਿਖੈ ਝਗਰ ਤੇ ਤਹਾਂ। ਅਜੇ ਉਹ ਜੋਗੀ ਦਾ ਕਾਰਜ ਹੋਇਆ ਹੀ ਹੈ, ਉਹਨਾਂ ਚਿਰ ਨੂੰ ਲੜਦੇ ਲੜਦੇ ਦੋ ਜੀ ਆਏ ਜੀ, ਪਤੀ ਪਤਨੀ ਆਏ ਜੀ। ਹਾਂਜੀ। ਦੰਪਤ ਚਲ ਆਏ ਗੁਰ ਜਹਾਂ। ਉਹ ਉੱਥੇ ਆਏ ਜਿੱਥੇ ਮੇਰੇ ਮਾਲਕ ਸੱਚੇ ਪਾਤਸ਼ਾਹ ਆਪ ਰੱਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਜੇ ਹੋਏ ਨੇ। ਹਾਂਜੀ। ਸੋਏ ਪ੍ਰਸੰਗ ਸ਼ੋਰ ਤੇ ਬਨਿਓ। ਹਾਂਜੀ। ਜਥਾ ਸੁਧਾਸਰ ਬਿਦਤੈ ਕਰਨੋ। ਕਵੀ ਸੰਤੋਖ ਸਿੰਘ ਕਹਿੰਦੇ ਮੈਂ ਉਹ ਰੋਕਦਾ ਪ੍ਰਸੰਗ ਵੀ, ਉਹ ਕੌਣ ਨੇ, ਉਹ ਕਿਉਂ ਲੜਨ ਦੇ ਸਨ। ਕਹਿੰਦੇ ਮੈਂ ਤੁਹਾਨੂੰ ਕਥਾ ਸੁਣਾਉਣਾ ਹੈ, ਉਹਦੇ ਵਿੱਚ ਹੀ ਉਹਨਾਂ ਦੋਵਾਂ ਜੀਆਂ ਦੀ ਵੀ ਕਥਾ ਆ ਜਾਣੀ ਹੈ। ਤੇ ਕਥਾ ਕੀ ਹੈ? ਦਰਬਾਰ ਸਾਹਿਬ ਵਾਲਾ ਸਰੋਵਰ ਪ੍ਰਗਟ ਕਿਵੇਂ ਹੋਇਆ ਜੀ, ਜਿਹੜਾ ਗੁਪਤ ਹੋ ਚੁੱਕਿਆ ਸੀਗਾ ਜੀ। ਹਾਂਜੀ। ਮਾਝੇ ਦੇਸ਼ਪੁਰੀ ਇੱਕ ਹੈ। ਕਹਿੰਦੇ ਮਾਝੇ ਦੇ ਵਿੱਚ ਇੱਕ ਨਗਰ ਹੈਗਾ ਜੀ, ਆਪਣਾ ਇਲਾਕਾ ਮਾਝਾ ਜੀ ਇਹ ਸਾਰਾ ਜੀ। ਹਾਂਜੀ। ਜਲੰਧਰ ਵਾਲਾ ਪਾਸਾ ਦੁਆਬਾ ਜੀ। ਹਾਂਜੀ। ਬਠਿੰਡੇ ਵਾਲਾ ਮਾਲਵਾ। ਮਾਝੇ ਦੇ ਵਿੱਚ ਇੱਕ ਨਗਰ ਹੈਗਾ ਕਹਿੰਦੇ। ਹਾਂਜੀ। ਪੱਟੀ ਨਾਮ ਜਸੀ ਕੋ ਹੈ। ਹਾਂ, ਜਿਹਦਾ ਨਾਮ ਪੱਟੀ ਹੈ, ਗੱਜ ਕੇ ਆਖੋ ਵਾਹ। ਹਾਂਜੀ। ਇਹਨਾਂ ਦੀ ਅੱਧੀ ਰਿਸ਼ਤੇਦਾਰੀ ਪੱਟੀ ਹੈ ਜੀ। ਹਾਂਜੀ। ਤਾਂ ਪੱਟੀ ਦਾ ਨਾਮ ਸੁਣਦੇ ਹੀ ਖੁਸ਼ ਹੋ ਗਏ ਜੀ। ਪੱਟੀ ਹੈ ਜਿਹਦਾ ਨਾਮ ਜੀ। ਹਾਂਜੀ। ਤਿਹ ਕੋ ਨ੍ਰਿਪ ਲਘੁ ਰਾਜ ਕਰੰਤਾ। ਉੱਥੇ ਇੱਕ ਛੋਟਾ ਜਿਹਾ ਰਾਜਾ ਸੀਗਾ ਜੀ, ਉਹ ਰਾਜ ਕਰਦਾ ਸੀਗਾ, ਦੁਨੀ ਚੰਦ। ਤੁਰਕਨ ਕੇ ਅਨੁਸਾਰ ਰਹੰਤਾ। ਉਹ ਤੁਰਕਾਂ ਦੇ ਅਧੀਨ ਸੀਗਾ ਜੀ। ਹੈ ਤੇ ਹਿੰਦੂ ਸੀ ਪਰ ਤੁਰਕਾਂ ਦੇ ਅਧੀਨ ਸੀਗਾ ਜੀ। ਹਾਂਜੀ। ਤਿਸ ਗ੍ਰਹਿ ਸੁਤਾ ਪੰਚ ਜਨਮਾਈ। ਉਹਦੇ ਘਰ 5 ਧੀਆਂ ਦਾ ਜਨਮ ਹੋਇਆ ਜੀ। 5 ਧੀਆਂ ਦਾ। 5ਵੀਂ ਧੀ ਦਾ ਨਾਮ ਉਹਨੇ ਰਜਨੀ ਰੱਖਿਆ ਜੀ। ਇਹਦਾ ਭਾਵ ਸੀ ਵੀ ਹੁਣ ਰੱਜ ਗਏ ਆ ਧੀਆਂ ਦੇ ਨਾਲ, ਰਜਨੀ ਨਾਮ ਰੱਖਿਆ ਜੀ। ਹਾਂਜੀ। ਬਧਤ ਆਰਬਲਾ ਰੂਪ ਸੁਹਾਈ। ਹੌਲੀ ਹੌਲੀ 5 ਧੀਆਂ ਜਿਹੜੀਆਂ ਉਹ ਵੱਡੀਆਂ ਹੋਈਆਂ ਜੀ। ਹਾਂਜੀ। ਤਿੰਨ ਮੈਂ ਏਕ ਹੁਤੀ ਸਤ ਸੰਗਨ। ਉਹਨਾਂ ਵਿੱਚੋਂ ਜਿਹੜੀ ਸਭ ਤੋਂ ਛੋਟੀ ਧੀ ਹੈ ਨਾ, ਉਹ ਸਤ ਸੰਗਤ ਕਰਦੀ ਹੈ ਜੀ। ਹਾਂਜੀ। ਅਲਪ ਆਰਬਲ ਕੋਮਲ ਅੰਗਨ। ਛੋਟੀ ਉਮਰ ਹੈ, ਸਭ ਤੋਂ ਛੋਟੀ ਹੈ, ਤੇ ਉਹਦੇ ਅੰਗ ਬੜੇ ਕੋਮਲ ਨੇ, ਸਰੀਰ ਕਮਜ਼ੋਰ, ਕਿਉਂ ਰਾਜਕੁਮਾਰੀ ਹੈ ਨਾ। ਪਰ ਉਹਨੂੰ ਇਹ ਨਹੀਂ ਪਤਾ ਵੀ ਮੈਨੂੰ ਕਿੰਨੀ ਵੱਡੀ ਮੁਸ਼ਕਲ ਪੈ ਜਾਣੀ ਹੈ। ਹਾਂਜੀ। ਪ੍ਰਭ ਕੇ ਗੁਣ ਸੰਤਨ ਤੇ ਸੁਨੇ। ਉਹਦਾ ਪੂਰਬਲੇ ਪੁੰਨ, ਉਹਦੇ ਭਾਗ ਬੜੇ ਚੰਗੇ। ਜਿੱਥੇ ਰੱਬ ਦੇ ਪਿਆਰੇ ਬੈਠੇ ਹੋਣੇ, ਉਹਨੇ ਉੱਥੇ ਜਾ ਕੇ ਬਹਿ ਜਾਣਾ ਤੇ ਰੱਬ ਦੇ ਗੁਣ ਸੁਣਨੇ ਜੀ। ਰੱਬ ਦੀ ਗੱਲ ਵਿਰਲੇ ਲੋਕ ਹੀ ਸੁਣਦੇ, ਭਾਗਾਂ ਵਾਲੇ ਸੁਣਦੇ ਜੀ। ਹਾਂਜੀ। ਬੈਠੈ ਨਿਕਟ ਜਬੈ ਮਿਲ ਭਨੇ। ਉਹ ਨੇੜੇ ਜਾ ਕੇ ਬੈਠ ਜਾਂਦੀ ਤੇ ਸੰਤਾਂ ਦੇ ਕੋਲੋਂ ਪਰਮੇਸ਼ਰ ਦੀਆਂ ਗੱਲਾਂ ਸੁਣਦੀ ਜੀ। ਹਾਂਜੀ। ਜੀਵ ਜੀਵ ਪ੍ਰਤ ਤੀਨੋਂ ਲੋਕ। ਨਿਤ ਪਾਲਤ ਸਭ ਪ੍ਰਭੂ ਅਰੋਕ। ਤੇ ਕੀ ਗੱਲਾਂ ਸੁਣਦੀ ਹੈ ਕਿ ਜਿੰਨੇ ਜੀਵ ਨੇ ਉਹਨਾਂ ਸਾਰਿਆਂ ਨੂੰ ਪਾਲਣ ਵਾਲਾ ਵਾਹਿਗੁਰੂ ਹੈ, ਪਰਮੇਸ਼ਰ ਹੈ। ਸਭ ਜੂਨਾਂ ਨੂੰ ਉਹ ਪਾਲਦਾ ਹੈ। ਹਾਂਜੀ। ਜੋ ਜਿਸ ਜੂਨ ਜਹਾਂ ਹੋਏ ਪ੍ਰਾਨੀ। ਜਿਹੜਾ ਜਿਸ ਜੂਨ ਵਿੱਚ ਬੈਠਾ ਹੈ, ਜਿੱਥੇ ਬੈਠਾ ਹੈ, ਤਹਾਂ ਦੇਤ ਭੋਜਨ ਗੁਣ ਖਾਨੀ। ਪਰਮੇਸ਼ਰ ਜੀ, ਸ੍ਰੀ ਪਰਮੇਸ਼ਰ ਜੀ ਵਾਹਿਗੁਰੂ ਜੀ ਉੱਥੇ ਉੱਥੇ ਸਭਨਾਂ ਨੂੰ ਭੋਜਨ ਦਿੰਦੇ ਹੈ। ਹੁਣ ਵੇਖੋ, ਸਾਨੂੰ ਵੀ ਭੋਜਨ ਦੇ ਰਹੇ ਆ, ਕੀੜੀਆਂ ਨੂੰ ਵੀ ਦੇਂਦੇ ਆ, ਕਾਢਿਆਂ ਨੂੰ ਵੀ ਦੇਂਦੇ ਆ, ਮਗਰ ਮੱਛਾਂ ਨੂੰ ਵੀ ਦੇ ਰਹੇ ਆ, ਮੱਛਲੀਆਂ ਨੂੰ ਵੀ ਦੇ ਰਹੇ ਆ, ਸੱਪਾਂ ਨੂੰ ਵੀ ਦੇ ਰਹੇ ਆ। ਪਰਮੇਸ਼ਰ ਸਾਰਿਆਂ ਨੂੰ ਭੋਜਨ ਦੇ ਰਿਹਾ ਜੀ। ਹਾਂਜੀ। ਬੜੀ ਵੱਡੀ ਪਰਮੇਸ਼ਰ ਦੀ ਖੇਡ ਹੈਗੀ ਜੀ। ਹਾਂਜੀ। ਸ਼੍ਰੀ ਗੁਰੂ ਨਾਨਕ ਕਰਿਓ ਸਲੋਕ। ਸੰਤ ਬੈਠੇ ਬੈਠੇ ਗੱਲਾਂ ਕਰਦਿਆਂ ਕਰਦਿਆਂ ਗੁਰੂ ਨਾਨਕ ਸਾਹਿਬ ਜੀ ਦਾ ਸਲੋਕ ਪੜਨ ਲੱਗ ਪਏ ਜੀ। ਹਾਂਜੀ। ਪਠਤ ਵਿਚਾਰਤ ਸੋ ਪ੍ਰਭ ਲੋਕ। ਉਹ ਸਲੋਕ ਪੜ ਕੇ ਨਾ ਤੇ ਸਲੋਕ ਦੀ ਵਿਚਾਰ ਕਰਦੇ ਆ। ਹਾਂਜੀ। ਤਿਸ ਤੇ ਸੁਨ ਕੰਨਿਆ ਦ੍ਰਿੜ ਕੀਨੋ। ਉਹ ਸਲੋਕ
ਉਹ ਰਾਜੇ ਦੀ ਧੀ ਨੇ ਸੁਣ ਲਿਆ, ਦੁਨੀ ਚੰਦ ਦੀ ਧੀ ਬੀਬੀ ਰਜਨੀ ਨੇ ਜੀ। ਸ਼ਲੋਕ ਸੁਣ ਕੇ ਉਹਨੇ ਯਾਦ ਕਰ ਲਿਆ ਜੀ, ਯਾਦ ਹੀ ਕਰ ਲਿਆ ਜੀ, ਪੱਕਾ ਕਰ ਲਿਆ ਆਪਣੇ ਮਨ ਵਿੱਚ। ਹਾਂਜੀ, ਸੋ ਅਬ ਇਸ ਥਲ ਲਿਖ ਕਰ ਦੀਨੋ। ਕਹਿੰਦੇ ਮੈਂ ਲਿਖ ਦੇਣਾ ਵੀ ਉਹ ਕਿਹੜਾ ਸ਼ਲੋਕ ਸੀ ਜਿਹੜਾ ਬੀਬੀ ਰਜਨੀ ਨੇ ਪੱਕਾ ਹੀ ਕੀਤਾ ਸੀ ਆਪਣੇ ਮਨ ਵਿੱਚ ਜੀ। ਹਾਂਜੀ, ਸ਼ਲੋਕ ਮਹੱਲਾ ਪਹਿਲਾ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਸ਼ਲੋਕ ਹੈ। ਗੱਜ ਕੇ ਕਹੋ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ ਹਾਂ, ਦੀਪਾਂ ਲੋਆਂ ਮੰਡਲਾਂ ਖੰਡਾਂ ਵਰ ਭੰਡਾਂ ਹਾਂ, ਅੰਡਜ ਜੇਰਦ ਉਤਪਦਿਆਂ ਖਾਣੀ ਸੇਤ ਜਹਾਂ, ਸੋਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ ਹਾਂ, ਨਾਨਕ ਜੰਤੂ ਪਾਏ ਕੈ ਸੰਭਾਲੇ ਸਭਨਾਹਾ, ਜਿਨ ਕਰਤੇ ਕਰਣਾ ਕੀਆ ਚਿੰਤਾ ਭੇ ਕਰਨੀ ਤਾਹਾ। ਗੱਜ ਕੇ ਆਖੋ ਸੰਗਤ ਜੀ, ਗੱਜ ਕੇ ਵਾਹਿਗੁਰੂ। ਬੇਬੀ ਰਜਨੀ ਜੀ ਨੇ ਇਹ ਸ਼ਲੋਕ ਪੱਕਾ ਕਰ ਲਿਆ ਆਪਣੇ ਮਨ 'ਚ। ਪੁਰਖਾਂ ਬਿਰਖਾਂ ਤੀਰਥਾਂ ਤੱਟਾਂ ਮੇਘਾਂ ਖੇਤਾਂ। ਕੀ ਹੈ? ਪੁਰਖਾਂ। ਆਪਾਂ ਜਿੰਨੇ ਜੀਵ ਇਨਸਾਨਾਂ ਵਿੱਚ ਆਉਂਦੇ ਹਾਂ, ਇਸ ਧਰਤੀ ਤੇ ਜਿੰਨੇ ਇਨਸਾਨ ਹਨ, ਬਿਰਖਾਂ ਜਿੰਨੇ ਰੁੱਖ ਹਨ, ਤੀਰਥਾਂ ਜਿੰਨੇ ਤੀਰਥ ਨੇ, ਤੱਟਾਂ ਅਸਥਾਨ ਨੇ, ਮੇਘ, ਮੇਘ ਕਹਿੰਦੇ ਬੱਦਲਾਂ ਨੂੰ, ਤੱਟ ਕਹਿੰਦੇ ਆ ਨਦੀ ਦੇ ਕਿਨਾਰੇ ਨੂੰ, ਬੱਦਲਾਂ ਨੂੰ ਤੇ ਖੇਤਾਂ ਨੂੰ, ਫਿਰ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂ, ਜਿੰਨੇ ਦੀਪ ਨੇ। ਹਾਂਜੀ, 9 ਦੀਪ ਮੰਨੇ ਗਏ ਨੇ, 9 ਦੀਪ ਨੇ। ਗੁਰੂ ਨਾਨਕ ਸਾਹਿਬ ਉਹਨਾਂ ਦੀ ਵੀ ਗੱਲ ਕਰ ਰਹੇ, ਟਾਪੂਆਂ ਦੀ, ਮੰਡਲਾਂ ਦੀ, ਖੰਡਾਂ ਦੀ। 9 ਖੰਡ ਨੇ। ਕੱਜ ਕੇ ਆਖੋ ਵਾਹਿਗੁਰੂ। ਵਾਹਿਗੁਰੂ। 9 ਖੰਡ ਨੇ ਜੀ, 9 ਖੰਡ ਨੇ। ਜਿੰਨੇ ਵੀ ਦੀਪ ਨੇ, ਟਾਪੂ ਨੇ, ਫਿਰ ਮੰਡਲਾਂ, ਜਿੰਨੇ ਮੰਡਲ ਹਨ, ਸੂਰਜ ਖੰਡ ਨੇ, ਫਿਰ ਖੰਡਾਂ ਵਰਭੰਡਾਂ, ਅੰਡਜ ਜੇਰਜ ਉਤਪੁਜਾਂ, ਖਾਣੀ ਸੇਤ ਜਾਂ। 4 ਖਾਣੀਆਂ ਨੇ ਨਾ, ਅੰਡਜ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ। ਇਹ 4 ਤਰੀਕੇ ਨੇ ਜਿਨ੍ਹਾਂ ਨਾਲ ਜੀਵ ਪੈਦਾ ਹੁੰਦੇ ਆ। ਅੰਡਜ ਖਾਣੀ, ਜੇਰਜ ਖਾਣੀ, ਉਤਪੁਜ ਖਾਣੀ, ਸੇਤਜ ਖਾਣੀ। ਸਮਝਣ ਮਾਤਰ। ਅੰਡਜ ਕਹਿੰਦੇ ਜਿਹੜੇ ਆਂਡਿਆਂ ਤੋਂ ਜੀਵ ਪੈਦਾ ਹੋਣ। ਮੁਰਗੇ ਨੇ, ਮੁਰਗੀਆਂ ਨੇ, ਹੋਰ ਕੱਛੂ ਕੰਬੇ ਨੇ, ਅੰਡਜ ਖਾਣੀ ਹੈ। ਉਹ ਅੰਡਿਆਂ ਤੋਂ ਪੈਦਾ ਹੋਣ ਵਾਲੇ ਜੀਵ ਨੇ। ਫਿਰ ਉਤਪੁਜ ਬਨਸਪਤੀ। ਇਹਨਾਂ ਵਿੱਚੋਂ ਇੱਕ ਨੇ ਜੇਰਜ। ਸਾਧ ਸੰਗਤ ਜੀ, ਜਿਵੇਂ ਜੀਵ ਤੋਂ ਜੀਵ ਪੈਦਾ ਹੁੰਦਾ, ਇੱਕ ਨੇ ਪਸੀਨੇ ਤੋਂ ਪੈਦਾ ਹੋਣ ਵਾਲੇ। ਇਹ 4 ਖਾਣੀਆਂ ਨੇ। ਖਾਣੀ ਸੇਤ ਜਾਹ, ਜਿੰਨੇ ਜੀਵ ਨੇ, ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜਨਤਾ। ਭਾਵੇਂ ਕੋਈ ਮੁੜਕੇ ਤੋਂ ਪੈਦਾ ਹੋ ਰਿਹਾ, ਭਾਵੇਂ ਕੋਈ ਆਂਡਿਆਂ ਤੋਂ ਪੈਦਾ ਹੋ ਰਿਹਾ, ਭਾਵੇਂ ਜੀਵ ਤੋਂ ਜੀਵ ਪੈਦਾ ਹੋ ਰਿਹਾ, ਭਾਵੇਂ ਬਨਸਪਤੀ ਹੈ, ਜਿੰਨੇ ਪ੍ਰਾਣਾ ਧਾਰੀ ਨੇ, ਪਰਮੇਸ਼ਰ ਹੀ ਉਹਨਾਂ ਸਾਰਿਆਂ ਬਾਰੇ ਜਾਣਦਾ ਹੈ, ਕਿਹਨੂੰ ਕਿਵੇਂ ਰੋਜੀ ਪਹੁੰਚਾਉਣੀ ਹੈ। 10ਵੇਂ ਪਾਤਸ਼ਾਹ ਇੱਕ ਥਾਂ ਤੇ ਬਚਨ ਲਿਖਦੇ ਆ, ਰੋਖ ਰੂਹਾਨ ਕੀ ਰੋਜੀ ਨਾ ਟਾਰੈ। ਰੋਖ ਰੂਹਾਨ ਕੀ ਰੋਜੀ ਨਾ ਟਾਰੈ, 10ਵੇਂ ਪਾਤਸ਼ਾਹ ਦਾ ਬਚਨ ਹੈ। ਰੋਖ ਰੂਹਾਨ ਕੌਣ ਹੈ? ਮੰਨਿਆ ਜਾਂਦਾ ਹੈ ਸਾਧ ਸੰਗਤ ਜੀ, ਇਹ ਵੀ ਇੱਕ ਪੰਛੀ ਦਾ ਨਾਮ ਹੈ, ਤੇ ਰੱਬ ਉਹਨੂੰ ਵੀ ਰੋਜੀ ਦਿੰਦਾ ਹੈ।
ਉਹਨੂੰ ਪਤਾ ਰੋਜੀ ਕਿਵੇਂ ਦਿੰਦਾ। ਜਦੋਂ ਸ਼ੇਰ ਮਾਸ ਖਾ ਕੇ ਸੁੱਤਾ ਹੁੰਦਾ ਨਾ ਜੀ, ਤੇ ਉਹਦੀਆਂ ਜੜ੍ਹਾਂ ਦੇ ਵਿੱਚ, ਦੰਦਾਂ ਦੀਆਂ ਜੜ੍ਹਾਂ ਵਿੱਚ ਉਹ ਮਾਸ ਅੜਿਆ ਹੁੰਦਾ ਜੀ, ਉਹਨੂੰ ਤੰਗ ਕਰਦਾ ਜੀ। ਉਹ ਧੁੱਪੇ ਪਿਆ ਮੂੰਹ ਖੋਲ ਲੈਂਦਾ, ਹਾਂਜੀ, ਤੇ ਰੋਖ ਰੁਹਾਨ ਜਿਹੜਾ ਪੰਛੀ ਹੈ ਨਾ, ਉਹਦੇ ਮੂੰਹ ਵਿੱਚ ਜਾਂਦਾ, ਉੱਥੋਂ ਉਹਦੇ ਦੰਦਾਂ ਚੋਂ ਮਾਸ ਕੱਢਦਾ ਤੇ ਖਾਂਦਾ ਹੈ ਜੀ। ਉਹਦੇ ਮੂੰਹ ਵਿੱਚ ਜਾ ਕੇ ਉੱਥੋਂ ਮਾਸ ਕੱਢ ਕੇ ਖਾਣਾ, ਸ਼ੇਰ ਦੇ ਮੂੰਹ ਵਿੱਚੋਂ ਜਾ ਕੇ ਜਿਉਂਦਾ ਵਾਪਸ ਆਉਂਦਾ ਜੇ ਉਹ ਜੀ। ਇਹਨੂੰ ਮਹਾਰਾਜ ਕਲਗੀਧਰ ਕਹਿੰਦੇ, ਉਹ ਵਾਹਿਗੁਰੂ ਇੰਨਾ ਬੇਅੰਤ ਹੈ, ਉਹਨੇ ਰੋਖ ਰੁਹਾਨ ਦੀ ਰੋਜੀ ਦਾ ਵੀ ਪ੍ਰਬੰਧ ਕੀਤਾ ਹੈ। ਗੁਰੂ ਨਾਨਕ ਸਾਹਿਬ ਕਹਿੰਦੇ, ਸੋ ਮਿਤ ਜਾਣੈ ਨਾਨਕਾ ਸਰਾ ਮੇਰਾ ਜੰਤਾ। ਉਹ ਵਾਹਿਗੁਰੂ ਜਾਣਦਾ ਹੈ, ਭਾਵੇਂ ਕੋਈ ਪਹਾੜਾਂ ਵਿੱਚ ਰਹਿੰਦਾ ਹੈ, ਭਾਵੇਂ ਕੋਈ ਸਮੁੰਦਰਾਂ ਵਿੱਚ ਰਹਿੰਦਾ ਹੈ, ਸਾਰੇ ਜਨਤਾਂ ਦੇ ਬਾਰੇ ਉਹ ਆਪ ਜਾਣਦਾ ਹੈ, ਕਿਹਨੂੰ ਕਿਵੇਂ ਰੋਜੀ ਦੇਣੀ ਹੈ। ਨਾਨਕ ਜੰਤ ਉਪਾਏ ਕੈ ਸੰਭਾਲੈ ਸਭਨਾ। ਸਾਰੇ ਜੀਵ ਉਹਨੇ ਪੈਦਾ ਕੀਤੇ ਨੇ, ਤੇ ਜੀਵ ਪੈਦਾ ਕਰਕੇ ਸੰਭਾਲੇ ਸਭਨਾ, ਸਾਰਿਆਂ ਦੀ ਸੰਭਾਲ ਵੀ ਕਰਦਾ। ਰੱਬ ਨੇ ਕਿਸੇ ਨੂੰ ਭੁੱਖਿਆ ਨਹੀਂ ਰਹਿਣ ਦਿੱਤਾ, ਕਿਸੇ ਜੀਵ ਨੂੰ। ਜਿਨ ਕਰਤੈ ਕਾਰਣ ਕੀਆ ਚਿੰਤਾ ਭੇ ਕਰਣੀ ਤਾ। ਜਿਸ ਵਾਹਿਗੁਰੂ ਨੇ ਇਹ ਕਾਰਨ ਕੀਤਾ, ਭਾਵ ਜੀਵਾਂ ਨੂੰ ਬਣਾਇਆ, ਚਿੰਤਾ ਵੀ ਉਹਨੂੰ ਹੀ ਹੈ। ਇਸ ਕਰਕੇ ਮਹਾਰਾਜ ਇੱਕ ਥਾਂ ਤੇ ਪੰਕਤੀ 'ਚ ਇਹ ਵੀ ਕਹਿੰਦੇ ਆ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ। ਜਲ ਮਹਿ ਜੰਤ ਉਪਾਏ ਕੈ ਤਿਨਾ ਪੇ ਰੋਜੀ ਦੇ। ਜਲ ਮਹਿ ਜੰਤ ਉਪਾਇਨ ਤਿਨਾ ਪੇ ਰੋਜੀ ਦੇ। ਉਹਨੇ ਪਾਣੀ ਦੇ ਵਿੱਚ ਜਿਹੜੇ ਜੀਵ ਪੈਦਾ ਕੀਤੇ, ਉਹਨਾਂ ਦੀ ਵੀ ਰੋਜੀ ਦਾ ਵਾਹਿਗੁਰੂ ਨੇ ਪ੍ਰਬੰਧ ਕੀਤਾ ਹੋਇਆ ਜੀ। ਇਹ ਸ਼ਲੋਕ ਬੀਬੀ ਰਜਨੀ ਜੀ ਨੇ ਆਪਣੇ ਮਨ 'ਚ ਪੱਕਾ ਕਰ ਲਿਆ ਜੀ। ਹਾਂਜੀ, ਅਸਤ ਏਕ ਦਿਗਰ ਕੋਈ। ਸਾਰਿਆਂ ਨੂੰ ਦੇਹੰਦ, ਸਾਰਿਆਂ ਨੂੰ ਦੇਣ ਵਾਲਾ ਕੌਣ ਹੈ? ਏਕ ਤੋਈ, ਏਕ ਤੋਈ, ਇੱਕ ਵਾਹਿਗੁਰੂ ਹੈ, ਦੂਜਾ ਕੋਈ ਨਹੀਂ ਹੈ। ਹਾਂਜੀ, ਦੋਹਰਾ ਸੁਨ ਸਾ ਅਰਥ ਗੁਰ ਸ਼ਬਦ ਕੋ ਕੰਨਿਆ ਨਿਸ਼ਚੈ ਕੀਨ। ਇਹ ਅਰਥ ਜਦੋਂ ਬੀਬੀ ਰਜਨੀ ਜੀ ਨੇ ਸੁਣੇ ਸੰਤਾਂ ਦੇ ਕੋਲੋਂ, ਉਹਦੇ ਮਨ 'ਚ ਪੱਕੇ ਹੋ ਗਏ ਜੀ। ਹਾਂਜੀ, ਤੀਨ ਲੋਕ ਪਤ ਪਰਮ ਗੁਰ ਰਿਜਕ ਸਭਨ ਕਹੁ ਦੀਨ। ਉਹ ਵਾਹਿਗੁਰੂ ਜੋ ਤਿੰਨਾਂ ਲੋਕਾਂ ਦਾ ਪਤੀ ਹੈ, ਮਾਲਕ ਹੈ, ਜੋ ਪਰਮ ਪੂਜਨੀਕ ਹੈ, ਉਹਨੇ ਸਾਰਿਆਂ ਨੂੰ ਰਿਜਕ ਦਿੱਤਾ ਹੈ। ਉਹ ਦੇ ਰਿਹਾ, ਉਹ ਦੇਣ ਵਾਲਾ ਹੈ। ਇਹ ਹੁਣ ਉਹਨਾਂ ਨੇ ਆਪਣੇ ਮਨ 'ਚ ਪੱਕਾ ਕਰ ਲਿਆ। ਅੱਗੋਂ ਜਿਹੜੀ ਕਥਾ ਹੈ ਉਹ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਮਹਾਰਾਜ ਕਿਰਪਾ ਕਰਨ ਸਾਧ ਸੰਗਤ ਜੀ, ਸਾਡੀ ਵੀ ਇਹ ਭਾਵਨਾ ਬਣੇ, ਦੇਣ ਵਾਲਾ ਕੌਣ ਹੈ? ਵਾਹਿਗੁਰੂ ਹੈ। ਹਾਂਜੀ, ਜਾਚਕ ਅਨੇਕ ਸੋ ਏਕ ਦਿਵਈਆ। ਦੇਣ ਵਾਲਾ ਇੱਕ ਹੈ। ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਤਾਰੇ। ਇਸੇ ਕਰਕੇ ਮਹਾਰਾਜ ਕਹਿੰਦੇ ਜੀਵ ਇੱਕ ਹੈ। ਹੇ ਵਾਹਿਗੁਰੂ, ਮੈਂ ਤੇਰੇ ਕਿੰਨੇ ਕੁ ਗੁਣ ਕਹਾਂ। ਜਿਹਵਾ ਏਕ ਕਵਨ ਗੁਣ ਕਹੀਆ, ਬੇਸੁਮਾਰ ਬੇਅੰਤ ਸੁਆਮੀ, ਤੇਰੋ ਅੰਤ ਨਾ ਕਿ ਨਹੀਂ ਲਹੀਐ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਦੀ ਕਿਰਪਾ ਕਰਨ, ਬਖਸ਼ਿਸ਼ਾਂ ਕਰਨ, ਰਹਿਮਤਾਂ ਕਰਨ। ਉਹ ਵਾਹਿਗੁਰੂ ਨੇ ਸਭਨਾਂ ਦੀ ਰੋਜੀ ਬਣਾਈ ਹੈ, ਸਭਨਾਂ ਨੂੰ ਦੇਣ ਵਾਲਾ ਵੀ ਉਹ ਹੈ। ਕਿ ਰੋਜੀ ਦੇਹੰਦ ਹੈ। ਦਸਵੇਂ ਪਾਤਸ਼ਾਹ ਲਿਖਦੇ, ਕਹਿੰਦੇ ਮਹਾਰਾਜ ਰੋਜੀ ਦੇਹੰਦ ਹੈ, ਰੋਜੀ ਦੇਣ ਵਾਲਾ ਹੈ, ਸਭਨਾਂ ਨੂੰ ਦਿੰਦਾ ਹੈ। ਸੋ ਮਹਾਰਾਜ ਕਿਰਪਾ ਕਰਨ। ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰ ਨਾਲ ਕਹੋ ਵਾਹਿਗੁਰੂ 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 ਵਾਹਿਗੁਰੂ।
ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ ਜਪ ਵਾਹਿਗੁਰੂ। ਸੱਚੇ ਪਾਤਸ਼ਾਹ ਮਿਹਰ ਕਰਨ, ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ਿਓ। ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ